ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ ਕਾ ਬਿਤ। ਸੰਖਿਆ ਕੋ ਜੋ ਆਦ ਕੋ ਸਿਖਾਵਨ ਕੀ ਸੀਖ ਦੇਤ। ਸੰਖਿਆ ਤੇ ਅਸੰਖਤਾ ਕੋ, ਸੰਖਿਆ ਕੋ ਸਿਖਾਵਈ। ਜਨਕ ਬਿਸਾਏ ਗਇਓ ਤਾਤੇ ਤੇ ਮਾਨ ਕਹਿਓ। ਪੜੈ ਆਨ ਬਾਗ ਜੈਸੇ ਪਾਂਧਾ ਸੋ ਪੜਾਵਈ। ਕਬਿਤ ਸੰਖਿਆ ਕੋ ਜੋ ਆਦ ਕੋ ਸਿਖਾਵਨ ਕੀ ਸੀਖ ਦੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਇਸ ਕਲਯੁਗ ਦੇ ਸਮੇਂ ਵਿੱਚ ਜੀਵਾਂ ਦੇ ਉਧਾਰ ਲਈ ਜੋ ਆਪ ਨੇ ਮਹਾਨ ਕਿਰਪਾ ਕਰਕੇ ਰੱਬੀ ਬਾਣੀ ਦੀ ਦਾਤ ਬਖਸ਼ੀ। ਜਿੱਥੇ ਵੀ ਕਿਤੇ ਮੇਰੇ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਤੁਰਕੀ ਬਾਣੀ ਦਾ ਸ਼ਬਦ ਉਚਾਰ ਕਰਕੇ ਹੀ ਕਿਸੇ ਦਾ ਅਗਿਆਨ ਦਾ ਅੰਧਕਾਰ ਮੇਟ ਕਰਕੇ ਗਿਆਨ ਦਾ ਪ੍ਰਕਾਸ਼ ਕਰਕੇ ਜੀਵਨ ਮੁਕਤੀ ਦਾ ਦਾਨ ਪ੍ਰਦਾਨ ਕੀਤਾ। ਔਰ ਆਦਿ ਤੋਂ ਹੀ ਦੁਨੀਆ ਦੇ ਅੰਦਰ ਜੋ ਵੀ ਅਵਤਾਰ, ਜੋ ਵੀ ਪੈਗੰਬਰ ਇਸ ਜਗਤ ਦੇ ਭਲੇ ਵਾਸਤੇ ਸੋ ਜਗਤ ਵਿੱਚ ਆਏ ਨੇ, ਉਹਨਾਂ ਨੂੰ ਧਰੋਂ ਹੀ ਹੁਕਮ ਹੋਇਆ ਕਰਦਾ ਜਿਹੜੇ ਇਸਲਾਮ ਮਤ ਦੇ ਵਿੱਚ ਜਗਤ ਦੇ ਉਧਾਰ ਲਈ ਰਾਹਨੁਮਾ ਲੋਕ ਆਏ ਨੇ,
ਉਹਨਾਂ ਨੂੰ ਪੈਗੰਬਰ ਕਹਿ ਕੇ ਪੂਜਿਆ ਗਿਆ ਹੈ। ਔਰ ਪੈਗੰਬਰ ਉਸੇ ਨੂੰ ਮੰਨਿਆ ਗਿਆ ਜਿਨ੍ਹਾਂ ਨੂੰ ਧਰੋਂ ਖੁਦਾਈ ਪੈਗਾਮ ਪ੍ਰਾਪਤ ਹੋਇਆ। ਭਾਵੇਂ ਮੂਸਾ ਸੀ, ਭਾਵੇਂ ਮੁਹੰਮਦ ਸਾਹਿਬ ਜੀ ਸਨ। ਪੈਗੰਬਰ ਮੁਹੰਮਦ ਸਾਹਿਬ ਜੀ ਨੂੰ 40 ਸਾਲ ਦੀ ਉਮਰ ਵਿੱਚ ਜਦੋਂ ਇਲਾਹੀ ਪੈਗਾਮ ਤੁਰਕੀ ਬਾਣੀ ਤੋਂ ਪ੍ਰਾਪਤ ਹੋਏ, ਤਦੋਂ ਹੀ ਉਹ ਪੈਗੰਬਰ ਕਹਾਏ। ਪਹਿਲਾਂ ਤਾਂ ਜਗਤ ਵਿੱਚ ਉਹਨਾਂ ਨੇ ਸੰਸਾਰ ਦੇ ਕਾਰ ਵਿਹਾਰ ਕੀਤੇ ਹਨ। ਤੇ ਇਸ ਵਾਸਤੇ ਔਰ ਜੋ ਪੈਗੰਬਰ ਮੂਸਾ ਜੀ ਹੋਏ ਹਨ, ਉਹਨਾਂ ਨੂੰ ਵੀ ਕੋਹੇ ਤੁਰ ਪਹਾੜ ਤੇ ਜਦੋਂ ਰੱਬੀ ਇਲਹਾਮ ਹੋਇਆ, ਪੱਥਰ ਤੇ ਉਹਨਾਂ ਨੇ ਉਹ ਅਸੂਲ ਉਕਰੇ ਕਿ ਮੈਨੂੰ ਇਉਂ ਪੈਗਾਮ ਆਇਆ ਹੈ, ਔਰ ਉਹਨਾਂ ਦਾ ਪ੍ਰਚਾਰ ਉਹਨਾਂ ਨੇ ਦੁਨੀਆ 'ਚ ਕਰਕੇ ਪੈਗੰਬਰ ਕਹਾਇਆ। ਹੁਣ ਇਹ ਕਲਯੁਗ ਦਾ ਸਮਾਂ, ਜਿੱਥੇ ਲੋੜ ਪਈ ਕਿ ਹੁਣ ਕਿਸੇ ਜਰਨੈਲ ਨੂੰ ਭੇਜ ਕੇ ਗੱਲ ਨਹੀਂ ਬਣਨੀ, ਹੁਣ ਬਾਦਸ਼ਾਹ ਨੂੰ ਆਪ ਜਾਣਾ ਪਊ। ਇਸ ਲਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਨੇ ਕਿਰਪਾ ਕੀਤੀ, ਆਪ ਸਰਗੁਣ ਰੂਪ ਵਿੱਚ ਆਏ ਨੇ। ਔਰ ਇਹ ਜੋ ਨਿਰਗੁਣ ਅਕਾਲ ਪੁਰਖ ਪਰਮੇਸ਼ਵਰ ਦਾ ਸਰਗੁਣ ਰੂਪ ਦੇ ਵਿੱਚ ਆਉਣਾ, ਸਰਗੁਣ ਤੋਂ ਨਿਰਗੁਣ ਵਿੱਚ ਅਵੇਸ਼ ਕਰਨਾ, ਇਹ ਇੱਕ ਅਚਰਜ ਖੇਡ ਹੈ ਜੋ ਮਨੁੱਖੀ ਲੋਕਾਂ ਦੇ ਬੁੱਧੀ ਮੰਡਲ ਤੋਂ ਉੱਚੀ ਗੱਲ ਹੈ, ਜਿਸ ਨੂੰ ਆਸਾਨੀ ਦੇ ਨਾਲ ਕੈਚ ਨਹੀਂ ਕੀਤਾ ਜਾ ਸਕਦਾ, ਸਮਝਿਆ ਨਹੀਂ ਜਾ ਸਕਦਾ। ਇਹ ਇੱਕ ਅਚਰਜ ਰੱਬੀ ਕੌਤਕ ਹੈ। ਤੋ ਮੇਰੇ ਸ਼ਹਿਨਸ਼ਾਹ ਪਿਤਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ, ਜਗਤ ਦੇ ਉਧਾਰ ਵਾਸਤੇ ਜੋ ਵੀ ਬਖਸ਼ਿਸ਼ਾਂ ਕੀਤੀਆਂ ਨੇ, ਸੱਚਖੰਡ ਤੋਂ ਧੁਰ ਤੋਂ ਰੱਬੀ ਬਾਣੀ ਦਾ ਫਰਮਾਨ ਹਜ਼ੂਰ ਪਾਤਸ਼ਾਹ ਜੀ ਨੇ ਗਾਇਨ ਕਰਕੇ ਰਾਗਾਂ ਦੇ ਵਿੱਚ ਜਗਤ ਦਾ ਭਲਾ ਕੀਤਾ ਹੈ। ਤੇ ਫਿਰ ਹਜ਼ੂਰ ਪਾਤਸ਼ਾਹ ਜੀ ਨੇ ਭਾਵੇਂ ਸਰੂਪ ਸਰੀਰ ਉਹਨਾਂ ਨੇ ਧਾਰਿਆ, ਪਰ ਸਰੀਰ ਦਾ ਆਪ ਨੇ ਮੇਰ ਜਾਂ ਮੈਂ ਜਿਹੜੀ ਹੈ ਉਹ ਨਹੀਂ ਕੀਤੀ। ਤੇ ਫਰਮਾਨ ਕਰ ਦਿੱਤਾ ਹੈ ਤੁਰਕੀ ਬਾਣੀ ਵਿੱਚ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ। ਭਾਈ ਹਰਪਾਲ ਸਿੰਘ ਜੀ ਹੁਣੀ ਰਾਗੀ ਜਥੇ ਸਮੇਤ ਰੱਬੀ ਬਾਣੀ ਦੀ ਮਹਿਮਾ ਗਾਇਨ ਕਰ ਰਹੇ ਸਨ, ਕਿਉਂਕਿ ਧੰਨ ਤੁਰਕੀ ਬਾਣੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਜਿਹੜਾ ਹੈ, ਉਸ ਨੂੰ ਮਨਾਉਣ ਹਿਤ ਅੱਜ ਤੋਂ ਤੁਰਕੀ ਬਾਣੀ ਦੇ ਅਖੰਡ ਪਾਠ ਸਾਹਿਬ ਜੀ, ਜਪਜੀ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਸਹਿਤ ਪ੍ਰਾਰੰਭ ਹੋਏ ਹਨ। ਅਤੇ ਨਾਲ ਦੇ ਨਾਲ ਗੁਰੂ ਮਹਾਰਾਜ ਦੀ ਸੋਭਾ ਜਸ ਵਡਿਆਈ ਦੇ ਵਿੱਚ ਕਥਾ ਕੀਰਤਨ ਹੋ ਰਹੇ ਨੇ, ਦੀਵਾਨ ਸਜ ਰਹੇ ਹਨ। ਤੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਹ ਜੋ ਰੱਬੀ ਬਾਣੀ ਹੈ, ਆਪਣੇ ਬਚਨਾਂ ਵਿੱਚ ਤੁਰਕੀ ਬਾਣੀ ਵਿੱਚ ਹੀ ਸਾਨੂੰ ਵਿਸ਼ਵਾਸ ਦਿੱਤਾ ਹੈ। ਇਹ ਸੱਚਖੰਡ ਤੋਂ ਬਾਣੀ ਆਈ ਹੈ, ਉਸ ਨੂੰ ਤੁਰਕੀ ਬਾਣੀ ਕਿਹਾ, ਉਸ ਨੂੰ ਖਸਮ ਕੀ ਬਾਣੀ ਕਿਹਾ ਹੈ। ਉਹ ਜੋ ਦਸਾਂ ਰੂਪਾਂ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਦੇ ਧਰੋਂ ਰੱਬੀ ਬਾਣੀ ਗੁਰੂ ਸਾਹਿਬਾਂ ਦੇ ਮੁਖ ਤੋਂ ਪ੍ਰਕਾਸ਼ਿਤ ਹੋਈ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਉਹ ਦਰਜ ਹੈ। ਅਤੇ ਸਤਿਗੁਰਾਂ ਨੇ ਆਪ ਜੀ ਦੇ ਅਛਤ ਸਰੀਰ ਵਿੱਚ, ਸਰੀਰ ਦੇ ਹੁੰਦਿਆਂ ਸੁੰਦਿਆਂ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਹੈ ਸਾਜ ਕੇ, ਲਿਖਵਾ ਕੇ, ਜਿਲਦ ਬੰਧਾ ਕੇ, ਔਰ ਸੱਚਖੰਡ ਹਰਿਮੰਦਰ ਸਾਹਿਬ ਵਿੱਚ ਭਾਦਰਵ ਸੁਦੀ ਏਕਮ 1661 ਬਿਕਰਮੀ ਨੂੰ ਪ੍ਰਕਾਸ਼ ਕੀਤਾ ਸੀ। ਔਰ ਇਹ ਪਹਿਲੀ ਵਾਰ ਇਸ ਮਾਤ ਲੋਕ ਦੇ ਵਿੱਚ ਅਕਾਲ ਪੁਰਖ ਦੇ ਧਰੋਂ ਬਾਣੀ ਜੋ ਸਿੱਧੀ ਪ੍ਰਕਾਸ਼ਿਤ ਹੋਈ ਹੈ, ਸਾਹਿਬ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਕੇ ਜਗਤ ਦੇ ਵਿੱਚ ਇਹ ਮਹਾਨ ਪਰਉਪਕਾਰ ਕੀਤਾ, ਜਿਸ ਤੁਰਕੀ ਬਾਣੀ ਤੋਂ ਅਨੇਕਾਂ ਹੀ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਜੀਵਾਂ ਦਾ ਕਲਿਆਣ ਕੀਤਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਅਨੇਕਾਂ ਦਾ ਉਧਾਰ ਕਰ ਰਹੇ ਹਨ ਤੇ ਸਦਾ ਕਰਦੇ ਰਹਿਣਗੇ, ਕਿਉਂਕਿ ਸ਼ਬਦ ਅਬਿਨਾਸ਼ੀ ਹੈ। ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰਾਂ ਨੇ ਇਹ ਜੁਗ ਜੁਗ ਅਟਲ ਤੁਰਕੀ ਬਾਣੀ ਬਖਸ਼ਿਸ਼ ਕੀਤੀ ਹੈ।
ਤੋ ਅਸੀਂ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਜੋ ਹੈ ਉਸ ਨੂੰ ਵਿਚਾਰਨਾ ਸ਼ੁਰੂ ਕੀਤਾ ਹੈ। ਔਰ ਸਤਿਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਸ ਜਗਤ ਵਿੱਚ ਸਰੂਪ ਧਾਰ ਕੇ ਹੋਰ ਅਵਤਾਰਾਂ ਪੈਗੰਬਰਾਂ ਦੀ ਨਿਆਈ ਕਿਸੇ ਨੂੰ ਸਰੀਰ ਧਾਰੇ ਗੁਰੂ ਨੇ ਧਾਰਨ ਕੀਤਾ, ਕਿਸੇ ਵੀ ਸਰੀਰ ਧਾਰੀ ਨੂੰ ਗੁਰੂ ਧਾਰਨ ਨਹੀਂ ਕੀਤਾ। ਆਪ ਜੀ ਨੇ ਬਾਣੀ ਵਿੱਚ ਹੀ ਫਰਮਾਨ ਕੀਤਾ ਹੈ ਕਿ ਭਾਈ ਸਾਡਾ ਗੁਰੂ ਜਿਹੜਾ ਹੈ ਉਹ ਅਕਾਲ ਪੁਰਖ ਹੈ। ਇਸ ਲਈ ਸੋ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਸ੍ਰੀ ਗੁਰੂ ਨਾਨਕ ਸਾਹਿਬ ਦੇ ਆਪਣੇ ਰਾਗ ਸੋਠ ਦੇ ਵਿੱਚ ਫਰਮਾਨ ਹਨ। ਤੋ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਜਦ ਤੋਂ ਅਵਤਾਰ ਧਾਰਨ ਕੀਤਾ ਹੈ ਤਦ ਤੋਂ ਹੀ ਗੁਰੂ ਹਨ, ਤਦ ਤੋਂ ਹੀ ਜੀਵਾਂ ਦਾ ਉਧਾਰ ਕਰ ਰਹੇ ਨੇ। ਤੋ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਲ ਵਿਵਸਥਾ ਹੈ। ਰਾਏ ਭੋਇੰ ਦੀ ਤਲਵੰਡੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਧਾਰ ਕਰਕੇ ਉਸ ਪੁਰੀ ਦਾ ਨਾਮ ਹੀ ਸ੍ਰੀ ਨਨਕਾਣਾ ਸਾਹਿਬ ਕਰਕੇ ਦੁਨੀਆ ਵਿੱਚ ਪ੍ਰਕਾਸ਼ਿਤ ਕਰ ਦਿੱਤਾ। ਤੋ ਮੇਰੇ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਵੱਡੇ ਭਾਗਾਂ ਵਾਲੇ ਮਾਤਾ ਤ੍ਰਿਪਤਾ ਜੀ ਜਿਸ ਵੇਲੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਬਾਲਕ ਸਰੂਪ ਦੀ ਪਰਵਰਿਸ਼ ਕਰ ਰਹੇ ਨੇ, ਗਰੀਬ ਨਵਾਜ ਪਾਤਸ਼ਾਹ ਬਿਰਾਜਮਾਨ ਹਨ। ਜਿਸ ਵੇਲੇ ਸਵਾ ਪਹਿਰ ਰਾਤ ਰਹਿੰਦੀ ਹੈ ਤਾਂ ਮਾਤਾ ਜੀ ਨਾਲ ਬਿਰਾਜੇ ਹੋਏ ਨੇ। ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇੱਕ ਅਗੰਮੀ ਔਰ ਆਸ਼ਚਰਜ ਕੌਤਕ ਜਿਹੜਾ ਹੈ ਮਾਤਾ ਜੀ ਦੇਖ ਰਹੇ ਨੇ। ਕੀ ਤੱਕਦੇ ਨੇ? ਇੱਕ ਬਹੁਤ ਸੁੰਦਰ ਸਿੰਘਾਸਣ ਜਿਸ ਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ, ਹੀਰੇ ਜੜਤ ਹੈ, ਬਹੁਤ ਸੁੰਦਰ ਹੈ, ਚਮਕ ਮਹਾਨ ਹੈ। ਉਸ ਸੁੰਦਰ ਸਿੰਘਾਸਣ ਤੇ ਆਪਣੇ ਸੁਪੁੱਤਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਿਰਾਜਮਾਨ ਬੜੀ ਸ਼ੋਭਾ ਵਿੱਚ ਤੱਕ ਰਹੇ ਨੇ। ਔਰ ਦਿਵ ਰੂਪ ਵਿੱਚ ਦੇਵੀਆਂ ਦੇਵਤੇ ਸਮੁੱਚੇ ਜਿਹੜੇ ਨੇ ਆ ਕਰਕੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪੂਜਾ ਕਰ ਰਹੇ ਨੇ। ਬੜੇ ਉੱਜਲ ਸੋਹਣੇ ਸੋਹਣੇ ਅਸ਼ਚਰਜ ਫੁੱਲਾਂ ਦੀ ਵਰਖਾ ਕਰਦੇ ਹਨ, ਬੜੀਆਂ ਸੁੰਦਰ ਸੁਗੰਧੀਆਂ ਛਿੜਕ ਰਹੇ ਨੇ ਅਤੇ ਬਹੁਤ ਅਧੀਨਗੀ ਵਿੱਚ ਗੁਰੂ ਮਹਾਰਾਜ ਦੀ ਸ਼ੋਭਾ ਕਰਕੇ ਨਮਸਕਾਰ ਕਰਕੇ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਦਾਤਾਂ ਮੰਗਦੇ ਹੋਏ ਗੁਰੂ ਮਹਾਰਾਜ ਦਾ ਧੰਨ ਧੰਨ ਜੈ ਜੈਕਾਰ ਜਸ ਕਰਦੇ ਹੋਏ ਇਉਂ ਕਾਫੀ ਸਮਾਂ ਸੋ ਮਹਾਰਾਜ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਤੋ ਇਉਂ ਸ਼ੋਭਾ ਕਰਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਾਰੇ ਹੀ ਦੇਵਤੇ ਲੋਕ ਜਿਹੜੇ ਸਨ ਤੋ ਗੁਰੂ ਪਾਤਸ਼ਾਹ ਜੀ ਦੀ ਆਗਿਆ ਲੈ ਕਰਕੇ ਆਪੋ ਆਪਣੇ ਜਦੋਂ ਸਥਾਨਾਂ ਨੂੰ ਵਾਪਸ ਗਏ ਹਨ ਤੇ ਮਾਤਾ ਜੀ ਨੂੰ ਅਚਨਚੇਤ ਇੱਕ ਭਰਮ ਹੋਇਆ, ਸ਼ੰਕਾ ਹੋਈ ਵੀ ਕੀ ਹੋ ਰਿਹਾ। ਇਹ ਅੱਬੜ ਬਾਹੇ ਮਾਤਾ ਜੀ ਨੇਤਰ ਖੋਲ ਕੇ ਦੇਖਦੇ ਹਨ, ਕੌਣ ਆਏ ਸਨ, ਕਿੱਧਰ ਗਏ ਨੇ, ਉਹ ਸਿੰਘਾਸਣ, ਉਹ ਦੇਵ ਰੂਪ, ਇਹ ਕੌਣ ਸਨ। ਜਦੋਂ ਇਹਨਾਂ ਸੋਚਾਂ ਵਿੱਚ ਸਨ ਤਾਂ ਝੱਟ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਸਰੂਪ ਨੂੰ ਤੱਕਦੇ, ਸਾਰੇ ਅੰਗਾਂ ਨੂੰ ਤੱਕਦੇ ਹਨ ਕਿ ਸੁਗੰਧੀਆਂ ਲੱਗੀਆਂ ਹੋਈਆਂ ਨੇ, ਫੁੱਲ ਸਾਰੇ ਬਿਖਰੇ ਹੋਏ ਨੇ। ਇਹ ਸਾਰਾ ਕੁਝ ਵੇਖ ਕੇ ਤੇ ਮਾਤਾ ਜੀ ਅਚਰਜ ਨੇ ਬਈ ਕੀ ਇਹ ਸੁਪਨਾ ਸੀ ਕਿ ਸੱਚ ਸੀ। ਜੇ ਸੁਪਨਾ ਸੀ ਤੇ ਸੁਪਨੇ ਦੇ ਵਿੱਚ ਤਾਂ ਜੋ ਸੁਪਨਾ ਹੁੰਦਾ ਹੈ ਜਦੋਂ ਜਾਗ ਆਉਂਦੀ ਹੈ ਤੇ ਉਸ ਵੇਲੇ ਉਹ ਖਤਮ ਹੋ ਜਾਂਦਾ ਹੈ। ਪਰ ਮੈਂ ਤਾਂ ਜਦੋਂ ਅੱਖਾਂ ਖੋਲੀਆਂ ਨੇ ਤਾਂ ਮੈਂ ਤੱਕ ਰਹੀ ਹਾਂ ਕਿ ਇਹ ਫੁੱਲ ਅਚਰਜ, ਇਹ ਸੁੰਦਰ ਸੁਗੰਧੀਆਂ ਮੇਰੇ ਬਾਲਕ ਦੇ ਉੱਪਰ ਇਸ ਪ੍ਰਕਾਰ ਲੱਗੀਆਂ ਹੋਈਆਂ ਨੇ। ਜੇ ਸੁਪਨਾ ਹੁੰਦਾ ਤੇ ਇਹ ਨਹੀਂ ਸੀ ਹੋਣਾ, ਤੇ ਜੇ ਸੱਚ ਸੀ ਤੇ ਉਹ ਲੋਕ ਕਿੱਥੋਂ ਆਏ ਤੇ ਕਿੱਧਰ ਗਏ, ਇਸ ਗੱਲ ਦਾ ਪਤਾ ਨਹੀਂ। ਇਸ ਤਰ੍ਹਾਂ ਦੇ ਨਾਲ ਵਿਚਾਰਾਂ ਕਰਦੇ ਆ ਮਾਤਾ ਜੀ ਦੀ ਜਿਸ ਵੇਲੇ ਅਚਰਜਤਾ ਜਿਹੜੀ ਸੀ ਹੱਦ ਟੱਪ ਗਈ ਤਾਂ ਮਾਤਾ ਜੀ ਵਿਚਾਰ ਕੀਤਾ ਕਿ ਮੇਰਾ ਸੁਪੁੱਤਰ ਜ਼ਰੂਰ ਅਵਤਾਰ ਹੈ, ਇਹ ਜ਼ਰੂਰ ਮਹਾਨ ਕੋਈ ਸ਼ਕਤੀ ਹੈ। ਇਉਂ ਜਾਣ ਕਰਕੇ ਮਾਤਾ ਜੀ ਜਦੋਂ ਮਨ 'ਚ ਵਿਸ਼ਵਾਸ ਕੀਤਾ ਹੈ, ਉਧਰ ਸੂਰਜ ਚੜ੍ਹਿਆ ਹੈ, ਦਿਨ ਚੜ੍ਹ ਆਇਆ ਹੈ। ਸਾਹਿਬ ਗੁਰੂ ਨਾਨਕ ਅੰਤਰਜਾਮੀ ਪਾਤਸ਼ਾਹ ਸਤਿਗੁਰ ਜਾਗਤਾ ਹੈ ਦਿਓ, ਗੁਰੂ ਪਾਤਸ਼ਾਹ ਹਮੇਸ਼ਾ ਜਾਗਦੇ ਨੇ। ਤਾਂ ਮੇਰੇ ਹਜੂਰ ਪਾਤਸ਼ਾਹ ਜੀ ਸੋ ਇਸ ਪ੍ਰਕਾਰ ਵਿਚਾਰ ਕਰ ਲਿਆ, ਮਨ 'ਚ ਜਾਣ ਲਿਆ ਵੀ ਮਾਤਾ ਜੀ ਨੂੰ ਤਾਂ ਭਰੋਸਾ ਹੋ ਗਿਆ ਸਾਡੇ ਤੇ, ਅਸੀਂ ਬਹੁਤ ਕੌਤਕ ਕਰਨੇ ਨੇ। ਇਸ ਵਾਸਤੇ ਹਜੂਰ ਪਾਤਸ਼ਾਹ ਜੀ ਨੇ ਨੇਤਰ ਖੋਲ੍ਹੇ ਨੇ,
ਰੁੱਖਾ ਜਿਹਾ ਮੂੰਹ ਕੀਤਾ ਹੈ ਤੇ ਮਾਤਾ ਜੀ ਨੂੰ ਜਣਾਇਆ ਹੈ ਕਿ ਭੁੱਖ ਲੱਗੀ ਹੋਈ ਹੈ। ਮਾਤਾ ਜੀ ਤੇ ਮੂੰਹ ਦਾ ਪਰਦਾ ਪਾ ਕਰਕੇ ਗੁਰੂ ਪਾਤਸ਼ਾਹ ਜੀ ਨੇ ਝੱਟ ਆਹਰ ਵਿੱਚ ਲਾ ਦਿੱਤਾ। तो माता जी ने सो भोजन बना करके इस प्रकार लिया करके छकाउना शुरू कर दिता। तो माता जी उवें ही जाणदे ने जिस तरह पहले जान सा मेरा लाडला पुत्र है। इउं महाराज सतगुरु पातशाह महाराज ने यह आश्चर्य कौतुक किया अते प्रगटा दिता कि आप महान परमेश्वर रूप हन, गुर परमेश्वर एक है, सब में रह समाए। तो मेरे शहंशाह पिता साहिब गुरु नानक पातशाह महाराज जी इस तरह के कौतुक करते हुए ਬਾਲਕਾਂ ਨਾਲ ਜੇ ਖੇਲਦੇ ਹਨ ਤਾਂ ਝੱਟ ਦੌੜ ਕੇ ਬਾਲਕਾਂ ਵਿੱਚ ਜਾ ਰਲਦੇ ਨੇ। ਜਦੋਂ ਸਤਿਗੁਰੂ ਪਾਤਸ਼ਾਹ ਜੀ ਦੌੜਦੇ ਨੇ ਬਾਲਕ ਮਗਰ ਦੌੜਦੇ ਨੇ। ਜੇ ਗੁਰੂ ਪਾਤਸ਼ਾਹ ਖੜੇ ਹੋ ਜਾਂਦੇ ਨੇ ਬੱਚੇ ਖੜੇ ਹੋ ਜਾਂਦੇ ਨੇ। ਫਿਰ ਹਜੂਰ ਪਾਤਸ਼ਾਹ ਬੱਚਿਆਂ ਨੂੰ ਖੇਲਾਂ ਖਿਲਾ ਕਰਕੇ ਬਿਠਾ ਦਿੰਦੇ ਨੇ। ਤੇ ਜਦੋਂ ਬੈਠਦੇ ਨੇ ਬਾਲਕ ਤੇ ਸਭਨਾਂ ਨੂੰ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਰਵਣ ਮੰਨਣ ਨਿਧਿਆਸਨ ਬੜੇ ਸੁੰਦਰ ਸ਼ੁਭ ਉਪਦੇਸ਼ ਬਖਸ਼ਿਸ਼ ਕਰਦੇ ਆ। तो कवि जी ने इत्थे साख भरी अपनी वो कहते हैं कि साहिब गुरु नानक पातशाह जी ने बाल व्यवस्था विच उपदेश दे करके बहुत सारे बच्चों को मुक्ति के योग बना दिता, ब्रह्म ज्ञान की दात बख्श दी। ऐसा मेरे साहिब गुरु नानक पातशाह जी ने बाल व्यवस्था विच गुरु रूप हो करके बरकतां बख्शिश करनियां शुरू कीतियां ने। अपनी पवित्र मुख की रसना तो बाणी का उचारण करके जीवन का उद्धार करना शुरू कर दिता है। तो फिर सो सतगुरां दे सत्कारयोग पिता जी ने बाचे है विचारिया कि 5 साल की अवस्था हो गई है, हुण बच्चे नूं पढ़ाउणा चाहीदा है। इहो विचारा करके सो मन बनाया, तैयारी की है। सो अगले दिन सवेरे उठ करके बालक नूं तैयार किया है। अपनी उंगल फड़ा करके पुरोहित जी के पास जो पांधा गोपाल पांधा इतिहास ने नाम लिखिया है उहदे पास लै गए ने पढ़ाउण वास्ते। जा करके पांधे नूं प्रेरणा की है, कुछ भेटा दी है, नाल कहा कि मेरे बालक नूं तुसीं 1-2 सालां विच सो सोहणे तरीके नाल विद्या पढ़ा दिओ, बहुत सारा मैं इनाम देवांगा। इस तरीके दे नाल पांधा बड़ा खुश होया है। तो सत्कारयोग पिता जी सो पांधे दे पास साहिब गुरु नानक पातशाह नूं छड्ड करके सो पाठशाला दे विच वापस आ गए ने। पांधा गुरु पातशाह नूं पढ़ाउण लगा है। हुण जिहो जी पढ़ाई सो पांधा पढ़ाउंदा ते जिहड़ी पढ़ाई गुरु नानक पढ़ाउणी शुरू करदे ने प्यार पूर्वक सरवण करिए। साहिब गुरु नानक पातशाह जी तुरकी बाणी का उचारण करते हुए जिस बाणी का आपां इस प्रकार दिन मना रहे हाँ, जिस गुरु ग्रंथ साहब जी का जस कर रहे हाँ, मेरे गुरु नानक पातशाह ने भी इउं बाणी उचारण करके जीवन का कल्याण किया ते एक कल्याण कर रही है। तो धन गुरु नानक पातशाह महाराज जी बख्शिश कर रहे हैं। तो जिस तरह पांधे के पास विद्या पढ़ते हैं, प्यार पूर्वक सरवण करिए, गुरु चरणों च मन जोड़िए, मुख नूं पवित्र करिए, उचारण करिए सतनाम श्री वाहिगुरु जी। वाहिगुरु साहिब जी। संख्या को जो आद को सिखावन की सीख देत। धन श्री गुरु नानक पातशाह महाराज नूं संख्या गिणती। तो इस प्रकार पांधा गुरु नानक पातशाह जी नूं हुण सो संख्या गिणती मिणती जो है पढ़ाउण लगा है। संख्या ते असंख्यता को संख्या को सिखावई। जेड़े साहिब गुरु नानक पातशाह जी सब संख्या गिणतियां तो असंख हन, भाव बेअंत ने अणगिणत हन, बेशुमार हन, गिणती मिणती तो बाहर हन जो ऐसे गुरु नानक पातशाह। सो पांधा साहिब ऐसे समर्थ सतगुरु पातशाह जी नूं संख्या गिणती जड़ी है विद्या पढ़ाउण लगा है। जनक बसाए गयो तांते तेह मान कहियो। तो क्योंकि पिता जी बिठा गए ने भी पांधे कोल पढ़ना है, इस वास्ते धन गुरु नानक पातशाह जी मर्यादा पुरुषोत्तम हो के पिता जी की आग्ञा का पालन करने लई जो पांधा जी पढ़ाउंदे ने उस नूं पढ़ रहे हन। पढ़े आन बाग जैसे पांधा सो पढ़ावई। जिस तरह होर बच्चे पढ़ते ने उसे तरह सतगुरु नानक पातशाह महाराज जी पढ़ी जाते हैं। जान मतवान अपरमान हर खान। जानिया पांधे ने कि यह बहुत सियाणे ने, तो इस प्रकार ते बहुत सुमत सोहनी अकल वाले हन जान के। मन कीनो अनुमान एह देर ना लगावई। पांधे गोपाल पांधे ने मन च विचार किया भई विद्या पढ़न विच बहुती देर नहीं लाउणगे, क्योंकि जो पांधा जी बोलते गुरु साहब मोहरे मूहरे बोली जाते हैं।
ਇਉਂ ਜਾਣ ਕਰਕੇ ਕਹਿੰਦੇ ਵੀ ਸਮੱਤ ਹੈ, ਸੋਹਣੀ ਅਕਲ ਹੈ, ਬਹੁਤ ਛੇਤੀ ਪੜ ਜਾਣਗੇ, ਅੰਦਾਜ਼ੇ ਲਾਉਂਦਾ ਹੈ। ਪੜੈ ਤਤਕਾਲ ਧਨ ਪਾਏ ਹੋਂ ਵਿਸਾਲ। ਭਾਈ ਇਹ ਬੱਚਾ ਜਿਹੜਾ ਬਹੁਤ ਛੇਤੀ ਪੜ ਜਾਏਗਾ, ਤੇ ਜਦੋਂ ਮੈਂ ਛੇਤੀ ਪੜਾ ਦਿਆਂਗਾ ਤੇ ਬਹੁਤ ਸਾਰਾ ਧਨ ਜਿਹੜਾ ਮੈਨੂੰ ਇਨਾਮ ਮਿਲੇਗਾ। ਬਾਲ ਭਲੋ ਮਤ ਸਾਲ ਤੁਲ ਜਾਂ ਕੀ ਕੋ ਨਾ ਪਾਵਈ। ਤੋ ਕਹਿੰਦੇ ਇਹ ਬੱਚਾ ਬਹੁਤ ਅਕਲਮੰਦ ਹੈ, ਔਰ ਇਸ ਬੱਚੇ ਦੇ ਤੁਲ ਹੋਰ ਕੋਈ ਬਰਾਬਰ ਬੱਚਾ ਨਹੀਂ। ਜਿੰਨੇ ਬੱਚੇ ਪੜ੍ਹਦੇ ਹਨ ਸਭ ਨਾਲੋਂ ਸਿਆਣੇ ਹਨ। ਇੱਕ ਦਿਨ ਸਾਰੋ ਪੜਿਓ ਪਾਂਦੇ ਜੋ ਉਚਾਰੇ ਬੈਨ। ਜੋ ਪਾਂਧਾ ਜੀ ਨੇ ਬਚਨ ਉਚਾਰਨ ਕੀਤੇ ਇੱਕ ਦਿਨ ਮਹਾਰਾਜ ਪੜ੍ਹੀ ਗਏ ਨੇ। ਕਵੀ ਜੀ ਦੱਸ ਰਹੇ ਨੇ ਕਿ ਆਪਣੇ ਪਿਤਾ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਕਿ ਪਾਂਧੇ ਪਾਸ ਪੜ੍ਹਨ ਬਿਠਾਇਆ, ਤੁਹਾਨੂੰ ਪੜ੍ਹੋ। ਇਸ ਵਾਸਤੇ ਇੱਕ ਦਿਨ ਤਾਂ ਮਹਾਰਾਜ ਸਾਰਾ ਜੋ ਪਾਂਧੇ ਨੇ ਪੜ੍ਹਾਇਆ ਪੜ੍ਹੀ ਜਾਂਦੇ ਹਨ। ਸਾਂਝ ਭਈ ਐਨ ਆਏ ਅਜਰ ਸੁਹਾਇਓ ਹੈ। ਜਦੋਂ ਸ਼ਾਮਾਂ ਪਈਆਂ ਸਤਿਗੁਰੂ ਪਾਤਸ਼ਾਹ ਜੀ ਆਪਣੇ ਘਰ ਵਿੱਚ ਪ੍ਰਵੇਸ਼ ਕੀਤਾ ਹੈ। ਘਰ ਸੋਹਣਾ ਜਿਹੜਾ ਹੈ ਫੱਬ ਗਿਆ ਹੈ ਜੀ, ਸੋ ਅਜਰ ਸੁਹਾਇਓ ਹੈ, ਵਿਹੜਾ ਸੋਹਣਾ ਲੱਗਣ ਲੱਗ ਪਿਆ। ਹੀਰ ਹਰ ਖਾਏ ਮਾਏ ਅੰਕ ਮੈਂ ਬਸਾਏ ਲਏ। ਤੋ ਵੇਖ ਕਰਕੇ ਮਾਤਾ ਜੀ ਬੜੇ ਖੁਸ਼ ਹੋ ਰਹੇ। ਪਕੜ ਕਰਕੇ ਆਪਣੇ ਬਾਲਕ ਜੀ ਨੂੰ ਗੋਦੀ 'ਚ ਬਿਠਾਇਆ ਮਾਤਾ ਨੇ। ਬੂਝੋ ਪੜਿਓ ਕੈਸੇ ਪੈੜਾ ਆਨਨ ਅਲਾਇਓ ਹੈ। ਮਾਤਾ ਜੀ ਪੁੱਛਦੇ ਨੇ ਕਿ ਪੁੱਤਰ ਜੀ ਅੱਜ ਕੀ ਪੜ੍ਹ ਕੇ ਆਏ ਤੁਸੀਂ ਪਾਠਸ਼ਾਲਾ ਦੇ ਵਿੱਚ? ਤੇ ਝੱਟ ਸਤਿਗੁਰੂ ਜੀ ਨੇ ਜੋ ਪਹਾੜਾ ਪੜ੍ਹਾਇਆ ਸੀ, ਪਹਾੜਾ ਪੜ੍ਹਾਇਆ ਸੀ, ਉਹ ਇਸ ਪ੍ਰਕਾਰ ਸੋ ਸਾਰਾ ਸੁਣਾ ਦਿੱਤਾ ਹੈ। ਆਏ ਅਨ ਰੈਨ ਪੁਨ ਕੀਨੀ ਸੁਖ ਸੈਨ ਤਬ। ਤੋ ਜਿਸ ਵੇਲੇ ਰਾਤ ਹੋ ਗਈ ਹੈ, ਭੋਜਨ ਪ੍ਰਸ਼ਾਦ ਛਕਿਆ ਹੈ ਤੇ ਬੜਾ ਆਰਾਮ ਕੀਤਾ ਸੁਖ ਦੇ ਨਾਲ। ਜਾਂ ਕੋ ਕਬ ਭੈ ਨਾ ਜਿਹਨਾਂ ਨੂੰ ਕਦੇ ਵੀ ਹੈ। ਜਿਹਨਾਂ ਨੂੰ ਕਦੇ ਵੀ ਕੋਈ ਡਰ ਨਹੀਂ ਹੈ, ਬੜੇ ਚੈਨ ਸੁਖ ਦੇ ਨਾਲ ਮੇਰੇ ਸਤਿਗੁਰੂ ਨੇ ਵਿਸ਼ਰਾਮ ਕੀਤਾ ਹੈ ਜੀ। ਭਾਈ ਜਬ ਭੋਰ ਕਾਲੂ ਲੈ ਕੇ ਪਾਂਦੇ ਹੋਰ ਗਇਓ। ਹੁਣ ਅਗਲਾ ਦਿਨ ਹੋਇਆ, ਸਵੇਰ ਚੜ੍ਹੀ ਹੈ, ਤਿਆਰ ਕੀਤਾ ਹੈ ਬਾਲਕ ਜੀ ਨੂੰ। ਸੋ ਮਹਿਤਾ ਕਲਿਆਣ ਚੰਦ ਜੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਆਪਣੇ ਸਪੂਤ ਨੂੰ ਨਾਲ ਲੈ ਕਰਕੇ ਪਾਠਸ਼ਾਲਾ ਵਿੱਚ ਫਿਰ ਪੜ੍ਹਨ ਵਾਸਤੇ ਪੜ੍ਹਾਉਣ ਵਾਸਤੇ ਲੈ ਕੇ ਜਾ ਰਹੇ ਹਨ। ਸੁਣੀ ਨੁਤ ਗੌਰ ਤਾਤ ਹਿਰਦੈ ਹਰਖਾਇਓ ਹੈ। ਜਦੋਂ ਸਤਿਗੁਰਾਂ ਦੇ ਪਿਤਾ ਜੀ ਨੇ ਪਾਂਧੇ ਪਾਸੋਂ ਨੁਤ ਸੋਭਾ ਸਰਵਣ ਕੀਤੀ ਹੈ, ਭਈ ਬਾਲਕ ਬੜਾ ਸਿਆਣਾ, ਬਹੁਤ ਜੋ ਕੁਛ ਮੈਂ ਪੜ੍ਹਾਇਆ ਛੇਤੀ ਪੜ੍ਹ ਜਾਂਦੇ ਹਨ। ਇਉਂ ਬੜੀ ਭਾਰੀ ਸੋਭਾ ਜਦੋਂ ਸੁਣੀ ਹੈ, ਪਿਤਾ ਜੀ ਬੜੇ ਪ੍ਰਸੰਨ ਹੋਏ ਹਨ। ਪਾਂਧੇ ਨੇ ਹਕਾਰ ਲੀਨ ਬਾਲਨ ਤੇ ਜੁਦਾ ਕੀਨ। ਤੋ ਪਾਂਧੇ ਨੇ ਕੀ ਕੀਤਾ, ਜਦੋਂ ਪਿਤਾ ਜੀ ਛੱਡ ਕੇ ਆ ਗਏ ਪਾਠਸ਼ਾਲਾ ਦੇ ਵਿੱਚ, ਪਾਂਧੇ ਨੇ ਵਿਚਾਰ ਕੀਤਾ ਹੈ ਕਿ ਇਹ ਬਾਲਕ ਛੇਤੀ ਪੜ੍ਹਨ ਵਾਲਾ ਹੈ, ਇਸ ਵਾਸਤੇ ਇਸ ਨੂੰ ਮੈਂ ਛੇਤੀ ਪੜ੍ਹਾਵਾਂ। ਸਾਰੇ ਬਾਲਕਾਂ ਤੋਂ ਵੱਖਰਾ ਕਰਕੇ ਬਿਠਾ ਲਿਆ ਸਤਿਗੁਰਾਂ ਨੂੰ। ਲੇਖੇ ਹੂੰ ਕੀ ਸੀਖ ਦੀਨ ਨਾਨਕ ਸੁਜਾਨ ਕੋ। ਤੋ ਅੰਤਰਜਾਮੀ ਸਿਆਣੇ ਧੰਨ ਗੁਰੂ ਨਾਨਕ ਪਾਤਸ਼ਾਹ ਲੇਖਾ ਹਿਸਾਬ ਜੋ ਜਮਾ ਖਰਚ ਕਰਨਾ ਹਿਸਾਬ ਦਾ, ਸੋ ਗਣਤ ਵਿਦਿਆ, ਤੋ ਉਸ ਨੂੰ ਪੜ੍ਹਾਉਣ ਵਾਸਤੇ ਤੋ ਪਾਂਧਾ ਜਿਹੜਾ ਹੈ ਪੜ੍ਹਾਉਣ ਲੱਗਾ। ਜਦੋਂ ਤੂਸ਼ ਨੀਕ ਭਏ ਪਾਦਾ ਬਾਰ-ਬਾਰ ਕਹੇ ਬਚ। ਤੋ ਪਾਂਧਾ ਬਾਰ-ਬਾਰ ਜੋ ਗੱਲ ਕਹਿੰਦਾ ਹੈ, ਮੇਰੇ ਗੁਰੂ ਸਾਹਿਬ ਜੀ ਬੋਲਦੇ ਨਹੀਂ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਗੁਰੂ ਨਾਨਕ ਸਾਹਿਬ ਚੁੱਪ ਕਰਕੇ ਮਸਤ ਹੋ ਕਰਕੇ ਬਹਿ ਗਏ ਨੇ। ਪਾਂਧਾ ਬਾਰ-ਬਾਰ ਯਤਨ ਕਰਦਾ ਜੀ ਤੁਸੀਂ ਐਂ ਬੋਲੋ, ਆਹ ਲਿਖੋ। ਮੇਰੇ ਗੁਰੂ ਸਾਹਿਬ ਚੁੱਪ ਕਰਕੇ ਬੈਠ ਗਏ ਹਨ। ਕੈਸੇ ਤੂੰ ਨਾ ਬੋਲੇ ਅੱਜ ਸੁਨੈ ਦੇਨਾ ਕਾਨ ਕੋ। ਤੋ ਪਾਂਧਾ ਕਹਿੰਦਾ ਤੁਸੀਂ ਕੰਨ ਦੇ ਕੇ ਕਿਉਂ ਨਹੀਂ ਮੇਰੀ ਗੱਲ ਸੁਣਦੇ, ਅੱਜ ਕਿਉਂ ਨਹੀਂ ਪੜ੍ਹਦੇ ਤੁਸੀਂ? ਕਿਉਂਕਿ ਉਸਤਾਦ ਦਾ ਫਰਜ਼ ਹੈ ਕਿ ਬਾਲਕ ਨੂੰ ਤਾੜਨਾ ਕਰਕੇ ਵੀ ਪੜ੍ਹਾਵੇ। ਭਲੀ ਬਿਦ ਕਾਲ ਪੈੜੇ ਪੜਿਓ ਸੋ ਵਿਸਾਲ ਸਭ। ਤੋ ਤੂੰ ਸੋਹਣੇ ਤਰੀਕੇ ਦੇ ਨਾਲ ਕੱਲ ਸਾਰੇ ਪਹਾੜੇ ਬੜੇ ਪ੍ਰੇਮ ਦੇ ਨਾਲ ਤੁਸੀਂ ਪੜ੍ਹ ਲਏ ਸਨ, ਅੱਜ ਕਿਉਂ ਨਹੀਂ ਤੁਸੀਂ ਬੋਲਦੇ? ਐਸੇ ਅਬ ਪੜੋ ਹੀਰੋ ਔਰ ਲਰਕਾਨ ਕੋ। ਆ ਤੁਸੀਂ ਕਿਉਂ ਨਹੀਂ ਪੜ੍ਹਦੇ? ਆ ਦੇਖੋ ਬਾਕੀ ਸਾਰੇ ਬੱਚੇ ਪੜ੍ਹ ਰਹੇ ਨੇ, ਪਰ ਤੁਸੀਂ ਅੱਜ ਚੁੱਪ ਕਰਕੇ ਬੈਠ ਕੇ ਕਿਉਂ ਨਹੀਂ ਪੜ੍ਹਦੇ? ਇਉਂ ਪਾਂਧਾ ਜੀ ਤੋ ਸਤਿਗੁਰੂ ਨੂੰ ਕਹਿ ਰਹੇ ਹਨ। ਹੋਵੇ ਵੱਡੋ ਜਬ ਪੜਿਓ ਕਾਜ ਆਵੇ ਤਬ। ਸਿੱਖਿਆ ਦਿੰਦੇ ਹਨ, ਦੇਖੋ ਹੁਣ ਤੁਸੀਂ ਪੜ੍ਹ ਲਓ, ਜਦੋਂ ਵੱਡੇ ਹੋਵੋਗੇ ਇਹ ਵਿਦਿਆ ਤੁਹਾਡੇ ਕੰਮ ਆਵੇਗੀ। ਅਬ ਖੇਲਣ ਮੈਂ ਜੀਓ ਤੇਰੋ ਖਾਏ ਸ਼ੂਸ਼ਕਾਨ ਕੋ। ਤੁਹਾਡਾ ਮਨ, ਮੈਨੂੰ ਲੱਗਦਾ ਪਾਂਧਾ ਕਹਿੰਦਾ ਤੁਹਾਡਾ ਖੇਲਣ ਵਿੱਚ ਮਨ ਲੱਗਾ ਹੋਇਆ ਹੈ। ਆਮ ਬੱਚਿਆਂ ਵਾਂਗ ਸਮਝਦੇ ਹਨ। ਇਸ ਵਾਸਤੇ ਦੇਖੋ ਕਹਿੰਦੇ ਤੁਸੀਂ ਬੋਲੋ ਪੜ੍ਹੋ, ਨਹੀਂ ਤੇ ਮੇਰੇ ਪਾਸੋਂ ਸੂਸ਼ਕਾਂ ਛੋਟੀਆਂ ਖਾਓਗੇ, ਤਾਂ ਇਸ ਪ੍ਰਕਾਰ ਤੁਹਾਨੂੰ ਕੁੱਟ ਪਊਗੀ ਜੇ ਤੁਸੀਂ ਨਾ ਪੜ੍ਹੋਗੇ ਤਾਂ। ਮਰ ਹਰੀ ਛੰਦ ਸੁਨ ਸਰਉਨਨ ਬੈਨਾ ਅਨਕੰ ਪੈਨਾ। ਤਾਂ ਮੇਰੇ ਸੋ ਕਿਰਪਾ ਦੇ ਖਜ਼ਾਨੇ
ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਕੰਨਾਂ ਵਿੱਚ ਜਦੋਂ ਇਸ ਪ੍ਰਕਾਰ ਦੇ ਬਚਨ ਸੁਣੇ ਹਨ ਬਾਣੀ ਭਰੀ ਰਸਾਲ ਤਾਂ ਹਜੂਰ ਪਾਤਸ਼ਾਹ ਜੀ ਨੇ ਸੁੰਦਰ ਬਾਣੀ ਉਚਾਰਨ ਕੀਤੀ। ਕਹਿੰਦੇ ਹਨ, ਕਿਆ ਆਪ ਪੜੇ ਤੁਮ ਕਰਿਓ ਨਿਜ ਸਮ ਕੈ ਲਾਹਾ ਲੈ ਸਾਲ। ਤੋ ਕਹਿੰਦੇ ਹਨ, ਪਾਂਦਾ ਜੀ ਤੁਸੀਂ ਫਿਰ ਇੰਜ ਕਰੋ, ਪਹਿਲਾਂ ਮੈਨੂੰ ਦੱਸੋ ਤੁਸੀਂ ਕੀ ਪੜ੍ਹੇ ਹੋਏ ਹੋ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਅੱਜ ਅਨੋਖਾ ਸਟੂਡੈਂਟ ਹੈ, ਬਾਲਕ ਅਨੋਖਾ ਹੈ। ਸੋ ਇੱਕ ਦਿਨ ਪੜ੍ਹਿਆ ਤੇ ਦੂਸਰੇ ਦਿਨ ਆਪਣੇ ਉਸਤਾਦ ਨੂੰ ਕਹਿੰਦੇ ਹਨ ਪਰ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਆਪ ਕੀ ਕੁਝ ਪੜ੍ਹੇ ਹੋ, ਜਿੰਨਾ ਕੁ ਤੁਸੀਂ ਪੜ੍ਹੇ ਹੋਏ ਓਨਾ ਹੀ ਮੈਨੂੰ ਪੜ੍ਹਾਵੋਗੇ ਤੇ ਆਪਣੇ ਬਰਾਬਰ ਕਰੋਗੇ ਨਾ, ਤੇ ਕਿਹੜੀ ਸੁੰਦਰ ਪੜ੍ਹਾਈ ਪੜ੍ਹਾ ਕੇ ਮੈਨੂੰ ਕੀ ਬਣਾਓਗੇ। ਗੁਰੂ ਨਾਨਕ ਸਾਹਿਬ ਨੇ ਸਵਾਲ ਕੀਤਾ ਹੈ, ਸੇ ਮੁਖੀ ਵਿਸ਼ੇਖਾ ਕੋ ਭਲ ਲੇਖਾ। ਤੋ ਇਸ ਪ੍ਰਕਾਰ ਸੋ ਬੜੀ ਸਿਆਣੀ ਬੁੱਧ ਹੈ, ਸੋ ਕਿਹੜਾ ਭਲਾ ਚੰਗਾ ਲੇਖਾ ਹਿਸਾਬ ਹੈ ਜੋ ਪਾਂਦਾ ਮੋਹੇ ਬਤਾਏ। ਇਹ ਪਾਂਦਾ ਸਾਹਿਬ ਜੀ ਮੈਨੂੰ ਦੱਸੋ ਕਿਹੜੀ ਪੜ੍ਹਾਈ ਪੜ੍ਹਾਉਂਗੇ, ਕਿਹੋ ਜਿਹੀ ਮੈਨੂੰ ਵਿਦਿਆ ਸਿਖਾਓਗੇ, ਤੁਸੀਂ ਆਪ ਕਿੰਨਾ ਪੜ੍ਹੇ ਹੋਏ ਹੋ, ਮੈਨੂੰ ਇਹ ਸਮਝਾਓ ਪਹਿਲਾਂ। ਉੱਤਰ ਦੀਜਾ ਮਨ ਸਮਝੀਜੈ। ਇਸ ਵਾਸਤੇ ਸਾਡੇ ਇਉਂ ਪ੍ਰਸ਼ਨ ਦਾ ਉੱਤਰ ਦਿਓ, ਆਪਣੇ ਮਨ ਨੂੰ ਸਮਝਾਓ, ਦੱਸੋ ਇੱਛਾ ਮੁਝੇ ਪੜ੍ਹਾਏ। ਇਸ ਪ੍ਰਕਾਰ ਕਰਕੇ ਜੇ ਮੈਨੂੰ ਇੱਛਾ ਪੜ੍ਹਾਉਣ ਦੀ ਹੈ ਤੇ ਦੱਸੋ ਕੀ ਪੜ੍ਹਾਓਗੇ। ਓਏ ਪਾਤਾ ਬਿਸਮੈ ਅਦਭੁਤ ਰਸਮੈ। ਪਾਂਦਾ ਹੈਰਾਨ ਹੋ ਗਿਆ, ਬੜੇ ਆਸ਼ਚਰਜ ਦਾ ਰਸ ਦੇ ਵਿੱਚ ਹੈਰਾਨ ਹੋ ਗਿਆ ਵੀ ਇਹ ਬਾਲਕ ਕੈਸਾ ਹੈ। ਭਾਈ ਮੈਂ ਇਹਨਾਂ ਨੂੰ ਪੜ੍ਹਾਉਂ ਤੇ ਮੈਨੂੰ ਪੁੱਛਦਾ ਤੁਸੀਂ ਕਿੰਨਾ ਪੜ੍ਹੇ ਹੋ ਤੇ ਮੈਨੂੰ ਕੀ ਪੜ੍ਹਾਓਗੇ ਤੇ ਮੈਨੂੰ ਪੜ੍ਹਾ ਕੇ ਕੀ ਬਣਾ ਦਿਓਗੇ। ਤੋ ਜਿਸ ਵੇਲੇ ਇਹ ਸਵਾਲ ਕੀਤਾ ਹੈਰਾਨ ਹੋ ਗਿਆ। ਸਾਹਿਬ ਗੁਰੂ ਨਾਨਕ ਪਾਤਸ਼ਾਹ ਵੱਲ ਤੱਕਦਾ ਹੈ, ਕਾਨਨ ਬਚਨ ਲਾਏ। ਤੇ ਹੁਣ ਪਾਂਦਾ ਆਪਣੇ ਮੁਖ ਤੋਂ ਬਚਨ ਕਹਿੰਦਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਸਭ ਜਾਣੋ ਗਿਣਤੀ ਅਵਨੀ ਮਿਨਤੀ। ਦੇਖੋ ਮੈਂ ਸਾਰੀ ਗਿਣਤੀ ਜਾਣਦਾ ਹਾਂ, ਧਰਤੀ ਦੀ ਮਿਣਤੀ ਆਦ ਕਰਨੀ, ਖੇਤਰਫਲ ਦੇ ਸਵਾਲ ਸਭ ਤਰੀਕਿਆਂ ਦੇ ਜੋ ਹਨ ਉਹ ਸਭ ਮੈਂ ਪੜ੍ਹੇ ਹੋਏ ਨੇ ਜਾਣਦਾ ਹਾਂ। ਡੋਡਾ ਗਣਨ ਸਵਾਏ। ਤੇ ਫਿਰ ਸਵਾਏ ਦੇ ਪਹਾੜੇ, ਇਸੇ ਤਰ੍ਹਾਂ ਡਿਉੜੇ ਦੇ ਪਹਾੜੇ ਸਾਰੇ ਮੈਂ ਜਾਣਦਾ ਹਾਂ। ਚੇਪਨ ਊਂਠਾ। ਫਿਰ ਇਸ ਪ੍ਰਕਾਰ 4.5 ਦਾ ਪਹਾੜਾ, ਫਿਰ ਊਂਠਾ 3.5 ਦਾ ਪਹਾੜਾ, ਇਹ ਸਾਰੇ ਮੈਂ ਜਾਣਦਾ। ਜਦੋਂ ਅਸੀਂ ਸਕੂਲ ਪੜ੍ਹਿਆ ਕਰਦੇ ਸਨ ਉਦੋਂ ਇਹ ਪਹਾੜੇ ਪੜ੍ਹਾਏ ਜਾਂਦੇ ਹੁੰਦੇ ਸਨ। ਹੁਣ ਅੱਜ ਕੱਲ੍ਹ ਤਾਂ ਸਿੱਧਾ ਸਿੱਧਾ ਜਿਹਾ ਕੰਮ ਹੋ ਗਿਆ। ਤੋ ਇਸ ਪ੍ਰਕਾਰ ਤੋ ਪਾਂਦਾ ਕਹਿੰਦਾ ਵੀ ਇਹ ਸਾਰੇ ਪਹਾੜੇ ਮੈਂ ਜਾਣਦਾ ਹਾਂ। ਟੇਬਲ ਜਿਹਨਾਂ ਨੂੰ ਕਹਿੰਦੇ ਹਨ, ਜੋਰਨ ਕੋਠੇ ਗ੍ਰਾਮ ਕਾਰ ਪਟਵਾਰ। ਤੋ ਕਹਿੰਦੇ ਕੋਠਿਆਂ ਦਾ ਜੋੜਨਾ, ਇੱਕ ਤਾਂ ਕੋਠਿਆਂ ਦਾ ਹਿਸਾਬ, ਇੱਕ ਕੋਠੇ ਜੋੜਨੇ ਜਿਹੜੇ ਉਹ ਲੰਡੇ ਆਦਿਕ ਪੜ੍ਹਾਈ ਉਹਨੂੰ ਵੀ ਕਹਿੰਦੇ ਸਨ। ਤੇ ਇਸ ਪ੍ਰਕਾਰ ਤੇ ਬਾਕੀ ਜ਼ਮੀਨ ਦਾ ਹਿਸਾਬ ਕਿਤਾਬ ਸਾਰਾ ਕਹਿੰਦੇ ਮੈਂ ਜਾਣਦਾ ਹਾਂ। ਜਿਸ ਕੇ ਅਨੁਸਾਰੀ ਰੋਜੀ ਥਾਰੀ। ਦੇਖੋ ਜਿਸ ਹਿਸਾਬ ਕਿਤਾਬ ਦੇ ਆਧਾਰ ਤੇ ਤੁਹਾਡੀ ਰੋਜੀ ਰੋਟੀ ਹੈ, ਭਾਵ ਤੁਹਾਡੇ ਪਿਤਾ ਜੀ ਜਿਹੜਾ ਕਾਰ ਵਿਹਾਰ ਕਰਦੇ ਨੇ ਉਹ ਇਹ ਕੁਝ ਜਾਣਦੇ ਹਨ ਤਾਂ ਹੀ ਪਟਵਾਰ ਦੀ ਕਾਰ ਕਰਦੇ ਨੇ ਤੇ ਉਹਨਾਂ ਨੂੰ ਇਸ ਪ੍ਰਕਾਰ ਰੋਜ਼ੀਨਾ ਮਿਲਦਾ ਹੈ। ਪੜ੍ਹੋ ਨਾ ਕਿਉਂ ਹਿਤ ਧਾਰ। ਇਸ ਵਾਸਤੇ ਤੁਸੀਂ ਪ੍ਰੇਮ ਧਾਰ ਕੇ ਕਿਉਂ ਨਹੀਂ ਪੜ੍ਹਦੇ ਹੋ, ਤਾਂ ਕਿ ਜੋ ਤੁਹਾਡੇ ਪਿਤਾ ਜੀ ਦਾ ਕਾਰ ਵਿਹਾਰ ਹੈ ਉਸ ਨੂੰ ਤੁਸੀਂ ਸੰਭਾਲ ਸਕੋ। ਇਨ ਬਿਦ ਜੀ ਬਾਦਾ ਸੋਨ ਸੁਰਤ ਪਾਦਾ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਜਵਾਬ ਦਿੰਦੇ ਨੇ, ਕਹਿੰਦੇ ਪਾਂਦਾ ਸੁਣ, ਆਹ ਜਿਹੜੀਆਂ ਪੜ੍ਹਾਈਆਂ ਦੀਆਂ ਗੱਲਾਂ ਤੂੰ ਕਰਦਾ ਇਹਦੇ ਨਾਲ ਤਾਂ ਜੀਵ ਜਿਹੜਾ ਇਹ ਬੰਧਨਾਂ 'ਚ ਪੈ ਜਾਂਦਾ ਹੈ, ਸੰਸਾਰ ਦੇ ਬੰਧਨਾਂ ਵਿੱਚ ਖੱਚਤ ਹੁੰਦਾ ਹੈ। ਫਾਹੇ ਪਰਨ ਅਪਾਰ। ਤੇ ਫਿਰ ਇਹਦੇ ਨਾਲ ਬਹੁਤੇ ਹੀ ਫਾਹੇ ਪੈਂਦੇ, ਗਲ ਵਿੱਚ ਜੰਜਾਲ ਪੈਂਦੇ ਹਨ। ਕਿਹ ਕਾਜ ਨਾ ਆਵੇ ਜਬ ਦੁਖ ਪਾਵਹਿ। ਜਦੋਂ ਇਸ ਜੀਵ ਨੂੰ ਦੁੱਖ ਵਿਆਪਣਾ ਹੈ ਉਦੋਂ ਪੜ੍ਹਾਈ ਕਿਸੇ ਕੰਮ ਨਹੀਂ ਆਉਣੀ, ਜਦੋਂ ਜਮਦੂਤਾਂ ਨੇ ਫੜਨਾ ਆਣ ਕੇ। ਹੋਤ ਨਹੀਂ ਛੁਟਕਾਰ। ਛੁਟਕਾਰਾ ਨਹੀਂ ਹੋਣਾ ਇਸ ਵਿਦਿਆ ਦੇ ਪੜ੍ਹਨ ਦੇ ਨਾਲ, ਜਿਸ ਵੇਲੇ ਆ ਕਰਕੇ ਮੌਤ ਨੇ ਘੇਰ ਲਿਆ। ਬਿਆਸ ਬਿਹਾਵੇ ਪੁਨ ਪਛਤਾਵਹਿ। ਸਾਰੀ ਉਮਰ ਇਸੇ ਹਿਸਾਬਾਂ 'ਚ ਕਹਿੰਦੇ ਜਿਹੜਾ ਗੁਜ਼ਾਰ ਲਊਗਾ ਅਖੀਰ ਨੂੰ ਪਛਤਾਉਣਾ ਪਵੇਗਾ ਉਸ ਵੇਲੇ। ਜਬ ਜਾਵਹਿ ਜਮ ਦੁਆਰ। ਜਦੋਂ ਜਮਾਂ ਦੇ ਦਰ ਤੇ ਜਾਣਾ ਹੈ ਪਛਤਾਉਣਾ ਪਏਗਾ ਜੀਵ ਨੂੰ। ਪਾਂਦਾ ਇਹ ਤੇਰੀ ਪੜ੍ਹਾਈ ਪੜ੍ਹਾਉਣ ਦੇ ਨਾਲ ਤਾਂ ਦੁਨੀਆ ਦੇ ਬੰਧਨ ਪੈ ਜਾਣੇ ਹਨ। ਇਹ ਲੇਖਾ ਗਾਹੈ ਛੁਟਿਓ ਜੇ ਚਾਹੈ। ਇਸ ਵਾਸਤੇ ਕਹਿੰਦੇ ਗੱਲ ਸੁਣ, ਤੇਰਾ ਲੇਖਾ ਪੜ੍ਹਨ ਦੇ ਨਾਲ ਤੇ ਪੈਣੇ ਨੇ ਬੰਧਨ, ਤੇ ਜਮਦੂਤਾਂ ਤੋਂ ਛੁਟਕਾਰਾ ਨਹੀਂ ਹੋਣਾ, ਕੋਈ ਮਦਦ ਨਹੀਂ ਹੋਣੀ। ਹੁਣ ਇੰਜ ਕਰ, ਹੁਣ ਤੂੰ ਬੈਠ ਤੇ ਅਸੀਂ ਤੈਨੂੰ ਪੜ੍ਹਾਉਂਦੇ ਆ। ਇਹ ਲੇਖਾ ਗਾਹ ਹੈ। ਆ ਜਿਹੜਾ ਮੈਂ ਤੈਨੂੰ ਹਿਸਾਬ ਪੜ੍ਹਾਉਣ, ਗੁਰੂ ਨਾਨਕ ਸਾਹਿਬ ਕਹਿੰਦੇ ਨੇ 5 ਸਾਲ ਦੀ ਉਮਰ ਸਾਧ ਸੰਗਤ, ਸਰੀਰ ਹੈ, ਆਤਮਾ ਤਾਂ ਪਰਮੇਸ਼ਵਰ ਅਕਾਲ ਰੂਪ ਆ ਨਾ। ਇਸ ਵਾਸਤੇ ਕਹਿੰਦੇ ਨੇ ਇਹ ਲੇਖਾ ਗਾਹ ਹੈ। ਕਹਿੰਦੇ ਜੇ ਤੂੰ ਜਮਦੂਤਾਂ ਤੋਂ ਛੁੱਟਣਾ ਚਾਹੁੰਦਾ ਹੈ, ਆ ਤੈਨੂੰ ਅਸੀਂ ਲੇਖਾ ਪੜ੍ਹਾਉਂਦੇ ਆ, ਇਹ ਪੜ੍ਹ ਤੂੰ। ਜੋ ਮੈਂ ਕਰੂੰ ਉਚਾਰ। ਜੋ ਅਸੀਂ ਉਚਾਰਨ ਕਰਦੇ ਹਨ
ਇਹ ਹਿਸਾਬ ਕਿਤਾਬ ਜਿਹੜਾ ਹੈ ਇਹ ਤੂੰ ਸਿੱਖ ਲੈ ਸਾਡੇ ਕੋਲੋਂ। ਦੋਹਰਾ ਕਮਲ ਬਦਨ ਸੁਖ ਸਦਨ ਗੁਰ। ਧੰਨ ਮੇਰੇ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਪਾਤਸ਼ਾਹ ਸੁੱਖਾਂ ਦੇ ਖਜ਼ਾਨੇ ਹਨ। ਸੋ ਕਮਲ ਸਰੀਖੇ ਮੁਖ ਵਾਲੇ ਹਨ ਸਤਿਗੁਰੂ ਜੀ। ਕਰਨਾ ਮਨ ਪਰ ਲਿਆਏ। ਮਹਾਰਾਜ ਨੇ ਕਿਰਪਾ ਲਿਆਂਦੀ ਮਨ ਤੇ, ਕਿਰਪਾਲੂ ਹੋ ਗਏ ਇਸ ਪਾਂਦੇ ਉੱਪਰ। ਪਾਂਦੇ ਪ੍ਰਤ ਕਲਿਆਣ ਦਾ। ਇਸ ਪਾਂਦਾ ਜੀ ਦੇ ਪਰਥਾ ਹੈ। ਸੋ ਕਲਿਆਣ ਦਾ ਮੁਕਤ ਕਰਨ ਵਾਸਤੇ, ਜਮਦੂਤਾਂ ਤੋਂ ਛੁੱਟਣ ਵਾਸਤੇ, ਅੱਗੇ ਪ੍ਰਲੋਕ ਦੇ ਕਸ਼ਟਾਂ ਤੋਂ ਬਚਾਉਣ ਵਾਸਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਬੋਲੇ ਸਬਦੇ ਉਠਾਏ। ਮੇਰੇ ਧੰਨ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਉਚਾਰਨੀ ਸ਼ੁਰੂ ਕੀਤੀ ਹੈ। ਇਤਿਹਾਸ ਦੇ ਮੁਤਾਬਕ ਪਾਂਦੇ ਨੂੰ ਮੇਰੇ ਸਤਿਗੁਰੂ ਪਾਤਸ਼ਾਹ ਨੇ ਧੁਰ ਕੀ ਬਾਣੀ ਦਾ ਪਹਿਲਾ ਸ਼ਬਦ ਉਚਾਰਨ ਕਰਕੇ ਜਿਹੜਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਔਰ ਇਸ ਨੂੰ ਬ੍ਰਹਮ ਗਿਆਨ ਦੇ ਰਹੇ ਨੇ ਇੱਕ ਸ਼ਬਦ ਉਚਾਰਨ ਕਰਕੇ। ਪੜ੍ਹਨ ਵਾਸਤੇ ਗਏ ਨੇ, ਇੱਕ ਦਿਨ ਪੜ੍ਹੇ ਨੇ, ਹੁਣ ਦੂਸਰੇ ਦਿਨ ਗੁਰੂ ਨਾਨਕ ਪੜ੍ਹਾਉਣ ਲੱਗੇ ਨੇ। ਜੋ ਕੁਛ ਮੇਰੇ ਸਤਿਗੁਰੂ ਨਾਨਕ ਸਾਹਿਬ ਨੇ ਪਾਂਦੇ ਨੂੰ ਪੜ੍ਹਾ ਕਰਕੇ ਉਹ ਜਮਦੂਤਾਂ ਤੋਂ ਛੁਡਾਇਆ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ। ਜਿਸ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਇਸ ਪ੍ਰਕਾਰ ਪ੍ਰਕਾਸ਼ ਦਿਵਸ ਮਨਾ ਰਹੇ ਹਾਂ। ਸ੍ਰੀ ਰਾਗ ਮਹੱਲਾ ਪਹਿਲਾ। ਧੰਨ ਸ਼ਹਿਨਸ਼ਾਹ ਪਿਤਾ ਮਹੱਲਾ ਪਹਿਲਾ। ਦੇਖੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਸਰੂਪ ਬਾਣੀ ਦਾ ਅਸੂਲ ਗੁਰੂ ਸਾਹਿਬਾਂ ਨੇ ਬਣਾਇਆ। ਪੰਚਮ ਪਿਤਾ ਸਤਿਗੁਰਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾਨਕ ਨਾਮ ਦੇ ਹੇਠ ਹੀ ਬਾਣੀ ਲਿਖੀ ਗਈ ਹੈ। ਕਿਸ ਸਰੂਪ ਵਿੱਚ ਉਚਾਰਨ ਕੀਤੀ ਹੈ ਉਹ ਮਹੱਲਾ ਲਿਖ ਕੇ ਉੱਪਰ ਜੜਾ ਦਿੱਤਾ ਹੈ। ਇਸ ਵਾਸਤੇ ਮਹੱਲਾ ਪਹਿਲਾ। ਸ੍ਰੀ ਰਾਗ, ਸ੍ਰੀ ਰਾਗ ਹੈ, ਰਾਗ ਦਾ ਨਾਮ ਹੈ। ਅਤੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ੰਦ ਪਿਤਾ ਜੀ ਇਸ ਪਾਵਨ ਪਵਿੱਤਰ ਧੁਰ ਕੀ ਬਾਣੀ ਦੇ ਸ਼ਬਦ ਦਾ ਉਚਾਰਨ ਕਰਦੇ ਹਨ। ਜਾਲ ਮੋਹ ਘਸ ਮਸ ਕਰ। ਹਜੂਰ ਪਾਤਸ਼ਾਹ ਕਹਿੰਦੇ ਨੇ ਬਾਬਾ ਇਹੋ ਲੇਖਾ ਲਿਖ ਜਾਣ। ਜਿਹੜਾ ਲੇਖਾ ਤੂੰ ਪੜ੍ਹਾਉਣਾ ਨਾ ਇਹ ਬੰਧਨਾਂ 'ਚ ਪਾਉਣ ਵਾਲਾ ਹੈ। ਹੁਣ ਦੁਨੀਆ ਦੇ ਬੰਧਨਾਂ ਤੋਂ ਛੁਟਾਉਣ ਵਾਲਾ ਤੈਨੂੰ ਕਹਿੰਦੇ ਨੇ ਹਿਸਾਬ ਤੈਨੂੰ ਦੱਸਦੇ ਹਾਂ, ਵਿਦਿਆ ਪੜ੍ਹਾਉਂਦੇ ਹਾਂ। ਹੁਣ ਵਿਦਿਆ ਪੜ੍ਹਨ ਵਾਸਤੇ ਜ਼ਰੂਰੀ ਹੈ ਸ਼ਾਹੀ ਚਾਹੀਦੀ ਹੈ, ਤੇ ਮਹਾਰਾਜ ਕਹਿੰਦੇ ਅਸੀਂ ਦੱਸਦੇ ਸ਼ਾਹੀ ਕਿੱਦਾਂ ਬਣਾਉਣੀ ਹੈ। ਜਾਲ ਮੋਹ ਕਹਿੰਦੇ ਜਿਹੜਾ ਹਿਰਦੇ ਵਿੱਚ ਮੋਹ ਹੈ ਨਾ, ਪੈਸਿਆਂ ਦਾ, ਸੰਸਾਰ ਦੇ ਸੰਬੰਧੀਆਂ ਦਾ, ਸੱਜਣਾ ਮਿੱਤਰਾਂ ਦਾ, ਦੁਨੀਆ ਦੇ ਪਦਾਰਥਾਂ ਵਿੱਚ ਜਿਹੜਾ ਸਾਡਾ ਮੋਹ ਲੱਗਾ ਹੋਇਆ ਹੈ, ਕਹਿੰਦੇ ਇਸ ਨੂੰ ਜਾਲ ਸਾੜ ਦੇ। ਜਾਲ ਮੋਹ ਕਸਮਸ ਕਰ, ਤੇ ਉਸ ਨੂੰ ਸਾੜ ਕੇ ਜਿਹੜੀ ਕਾਲਖ ਬਣੇ ਉਸ ਨੂੰ ਘਸਾ ਕਰਕੇ ਉਹਦੀ ਸਿਆਹੀ ਬਣਾਓ। ਮਤ ਕਾਗਦ ਕਰ ਸਾਰ। ਤੇ ਆਪਣੀ ਜੋ ਮਤ ਬੁੱਧ ਹੈ, ਅਕਲ ਜਿਹੜੀ ਹੈ, ਇਹ ਸ੍ਰੇਸ਼ਟ ਕਾਗਦ ਬਣਾਉਣਾ ਕਰ। ਭਾਉ ਕਲਮ ਕਰ ਚਿੱਤ ਲੇਖਾਰੀ। ਆਪਣੇ ਚਿੱਤ ਨੂੰ ਲਿਖਾਰੀ ਬਣਾ ਤੇ ਭਾਉ ਕਲਮ ਕਰ। ਭਾਉ ਪ੍ਰੇਮ ਜਿਹੜਾ ਹੈ ਇਸ ਦੀ ਕਲਮ ਬਣਾ ਲੈ। ਗੁਰ ਪੁੱਛ ਲਿਖ ਵਿਚਾਰ। ਇਸ ਬੁੱਧੀ ਰੂਪ ਕਾਗਜ਼ ਤੇ ਪ੍ਰੇਮ ਦੀ ਕਲਮ ਦੇ ਨਾਲ ਤੇ ਮੋਹ ਨੂੰ ਸਾੜ ਕੇ ਬਣਾਈ ਹੋਈ ਸਿਆਹੀ ਦੇ ਨਾਲ ਗੁਰੂ ਨੂੰ ਪੁੱਛ ਕਰਕੇ ਜੋ ਗੁਰੂ ਕਹਿੰਦੇ ਨੇ ਉਹ ਲੇਖਾ ਲਿਖ। ਤੂੰ ਫੱਟੀ ਤੇ ਤਖਤੀ ਤੇ ਕਹਿਣਾ ਕਿ ਇਉਂ ਲਿਖੋ ਅੱਖਰ। ਮਹਾਰਾਜ ਕਹਿੰਦੇ ਬੁੱਧੀ ਰੂਪ ਅਕਲ ਦੀ ਤਖਤੀ ਤੇ ਕਾਗਜ਼ ਤੇ ਗੁਰੂ ਨੂੰ ਪੁੱਛ ਕਰਕੇ ਇਹ ਅੱਖਰ ਲਿਖ ਤੂੰ। ਲਿਖ ਨਾਮ ਸਾਲਾਹ ਲਿਖ। ਦੇਖ ਦੋ ਚੀਜ਼ਾਂ ਨੇ, ਇੱਕ ਲਿਖ ਪਰਮੇਸ਼ਵਰ ਦਾ ਨਾਮ, ਆਪਣੀ ਬੁੱਧੀ ਦੇ ਵਿੱਚ ਨਾਮ ਲਿਖ ਲਓ, ਲਿਖ ਨਾਮ। ਦੂਸਰਾ ਸਲਾਹ ਲਿਖ। ਸਲਾਹ ਕੀ ਹੈ? ਜੋ ਵਾਹਿਗੁਰੂ ਪਰਮੇਸ਼ਵਰ ਦੀ ਸਿਫਤ ਕਰਨੀ ਹੈ, ਜੋ ਆਪਾਂ ਸੰਗਤ ਵਿੱਚ ਮਿਲ ਕਰਕੇ ਬਾਣੀ ਪੜ੍ਹ ਕੇ ਕੀਰਤਨ ਕਰਕੇ ਕਥਾ ਕਰਕੇ ਸੁਣ ਕੇ ਇਹ ਜਿਹੜਾ ਜਸ ਇਹਨੂੰ ਹੈ ਸਲਾਹ, ਸਿਫਤ ਸਲਾਹ ਕਰਨੀ। ਲਿਖ ਨਾਮ, ਪਰਮੇਸ਼ਵਰ ਦਾ ਨਾਮ ਲਿਖ ਤੇ ਸਲਾਹ ਲਿਖ, ਵਾਹਿਗੁਰੂ ਦੀਆਂ ਸਿਫਤਾਂ ਲਿਖ ਲੈ। ਲਿਖ ਅੰਤ ਨਾ ਪਾਰਾਵਾਰ। ਤੇ ਫਿਰ ਇਹ ਲੇਖਾ ਲਿਖਦਾ ਹੋਇਆ ਅਖੀਰ 'ਚ ਇਹ ਲਿਖਦੇ ਕਿ ਕੋਈ ਅੰਤ ਪਾਰਾਵਾਰ ਨਹੀਂ ਰੱਬ ਦੀਆਂ ਸਿਫਤਾਂ ਦਾ, ਪਰਮੇਸ਼ਰ ਬੇਅੰਤ ਹੈ। ਬਾਬਾ ਇਹੋ ਲੇਖਾ ਲਿਖ ਜਾਣ। ਧੰਨ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਉੱਤਮ ਅਧਿਕਾਰੀ ਜਾਣ ਕੇ ਪਾਂਦੇ ਨੂੰ ਬਾਬਾ ਕਹਿ ਕੇ ਸੰਬੋਧਨ ਕੀਤਾ ਹੈ। ਬਾਬਾ ਇਹੋ ਲੇਖਾ ਲਿਖ ਜਾਣ। ਹੇ ਸਤਿਕਾਰਯੋਗ ਪਾਂਦਾ ਜੀ, ਆਹ ਹੈ ਲੇਖਾ, ਇਹ ਹੈ ਹਿਸਾਬ। ਜੇ ਤੂੰ ਇਹ ਲਿਖ ਲਵੇਂ ਜਮਦੂਤਾਂ ਦੀ ਮਾਰ ਨਹੀਂ ਖਾਏਂਗਾ, ਜਨਮ ਮਰਨ ਵਿੱਚ ਨਹੀਂ ਆਏਗਾ, ਬੰਧਨ ਤੇਰੇ ਸਾਰੇ ਟੁੱਟ ਜਾਣਗੇ। ਇਹੋ ਲੇਖਾ ਲਿਖ ਜਾਣ। ਇਹ ਲੇਖਾ, ਇਹ ਹਿਸਾਬ, ਇਹ ਵਿਦਿਆ ਜਿਹੜੀ ਹੈ ਇਸ ਨੂੰ ਲਿਖਣੀ ਸਮਝ ਲੈ। ਜਿੱਥੇ ਲੇਖਾ ਮੰਗੀ ਆ। ਜਿੱਥੇ ਅੱਗੇ ਪ੍ਰਲੋਕ ਦੇ ਵਿੱਚ ਧਰਮ ਰਾਜੇ ਦੀ ਕਚਹਿਰੀ ਦੇ ਅੰਦਰ
ਜਿੱਥੇ ਹਿਸਾਬ ਮੰਗਿਆ ਜਾਣਾ ਹੈ, ਤੈ ਹੋਏ ਸੱਚਾ ਨੀਸਾਨ। ਉਥੇ ਤੇਰੇ ਕੋਲ ਇਹ ਸੱਚਾ ਨਿਸ਼ਾਨ ਹੋਵੇਗਾ, ਸੱਚਾ ਟੋਂਬੂ ਹੋਵੇਗਾ, ਪਰਵਾਨਾ ਹੋਵੇਗਾ, ਸੱਚੀ ਨਿਸ਼ਾਨੀ ਹੋਵੇਗੀ ਤੇਰੇ ਕੋਲ। ਜੇ ਬੁੱਧੀ ਵਿੱਚ ਨਾਮ ਲਿਖਿਆ ਹੋ, ਰੱਬ ਦੀ ਸਿਫਤ ਕੀਤੀ ਹੋ, ਇਹ ਨਿਸ਼ਾਨੀ ਤੇਰੀ ਹੋਵੇਗੀ। ਧਰਮ ਰਾਜੇ ਨੂੰ ਜਿਸ ਵੇਲੇ ਉਹ ਤੁਹਾਨੂੰ ਦੇਖ ਲਵੇਗਾ ਨਾ, ਉਸ ਵੇਲੇ ਇਹ ਕੁਛ ਦੇਖ ਕਰਕੇ ਹੀ ਉੱਠ ਕੇ ਅੱਗੋਂ ਸਤਿਕਾਰ ਕਰੇਗਾ ਤੇ ਨਾਲ ਦੇ ਨਾਲ ਤੁਹਾਡੀ ਸਿਫਤ ਕਰੇਗਾ। ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪੁਨੀਤ। ਕਹੇਗਾ ਕਿ ਤੁਸੀਂ ਧੰਨ ਹੋ ਜਿਹਨਾਂ ਮੇਰੀ ਜੰਮਪੁਰੀ ਵਿੱਚ ਚਰਨ ਪਾ ਕਰ ਜੰਮਪੁਰੀ ਪਵਿੱਤਰ ਕਰ ਦਿੱਤੀ ਹੈ। ਐਸਾ ਮਾਣ ਸਤਿਕਾਰ ਮਿਲੇਗਾ ਜੇ ਨਾਮ ਤੇ ਸਿਫਤ ਸਲਾਹ ਜਿਹੜੀ ਹੈ ਅਕਲ ਦੇ ਵਿੱਚ, ਬੁੱਧ ਵਿੱਚ ਧਾਰਨ ਕਰ ਲਓਗੇ। ਵਿਸਰਾਮ ਦੇ ਕੇ ਹਜੂਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਜੀ। ਚਉਪਈ ਕਵੀ ਕਹੈ ਜਾ ਕੋ ਸੁਨ ਟੀਕਾ। ਹੁਣ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇਸ ਦਾ ਟੀਕਾ ਸੁਣੋ, ਅਰਥ ਸੁਣੋ। ਤੋ ਕਵੀ ਜੀ ਇਉਂ ਅਰਥ ਕਰਦੇ ਕਵਿਤਾ ਵਿੱਚ, ਸ੍ਰੀ ਮੁਖ ਨਿਕਸਿਓ ਕਾਲ ਪਦ ਨੀਕਾ। ਧੰਨ ਸ਼੍ਰੋਮਣੀ ਗੁਰੂ ਨਾਨਕ ਸਾਹਿਬ ਦੇ ਮੁਖ ਤੋਂ ਕੱਲ ਮੈਨੇ ਬਹੁਤ ਹੀ ਸੁੰਦਰ ਇਹ ਜੋ ਸ਼ਬਦ ਉਚਾਰਨ ਹੋਇਆ ਹੈ ਉਹਦਾ ਅਰਥ ਸੁਣੋ। ਪੁਰਾ ਸਾਰਦਾ ਫੁਰੀ ਸੁਹਾਵਹਿ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਰਸਨਾ ਤੇ ਸੋਹਣੀ ਬਾਣੀ ਸੁਫਰਨ ਹੋਈ ਹੈ। ਸੋ ਇਸ ਪ੍ਰਕਾਰ ਸਾਰਦਾ ਸੁਰਸਤੀ ਬਾਣੀ ਸੁਫਰਨ ਹੋਈ ਗੁਰੂ ਨਾਨਕ ਦੇ ਮੁਖ ਤੋਂ। ਪਦਵੀ ਪਰਾ ਜਾਸ ਤੇ ਪਾਵਹਿ। ਜਿਸ ਬਾਣੀ ਤੋਂ ਪੜ੍ਹਨ ਸੁਣ ਕੇ ਕਮਾ ਕਰਕੇ ਪੁਰਾ ਸਭ ਤੋਂ ਉੱਚੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਦੇਹ ਰਾਜਾ ਕਾਰਨ ਧਰਨੀ। ਤੋ ਜਿਸ ਕਾਰਜ ਵਾਸਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰੀਰ ਧਾਰਨ ਕੀਤਾ ਇਸ ਸੰਸਾਰ ਵਿੱਚ, ਉਹ ਕਾਰਜ ਕਰਦੇ ਹਨ। ਬੈ ਲਗ ਕਰਨ ਲੱਗੇ ਸੋ ਕਰਨੀ। ਮਹਾਰਾਜ 5 ਸਾਲ ਦੀ ਉਮਰ ਵਿੱਚ, ਛੋਟੀ ਉਮਰ ਵਿੱਚ ਇਹੋ ਕਰਨੀ, ਉਹ ਕਰਮ ਕਰਨਾ ਸ਼ੁਰੂ ਗੁਰੂ ਨਾਨਕ ਨੇ ਕਰ ਦਿੱਤਾ। ਉਧਾਰ ਕਰਨ ਧੁਰ ਕੀ ਬਾਣੀ ਉਚਾਰਨ ਕਰਕੇ ਧਰਤੀ ਦਾ ਭਾਰ ਹਰਨਾ ਸੀ ਤੇ ਇਸ ਵਾਸਤੇ ਪਾਪਾਂ ਦਾ ਭਾਰ ਦੂਰ ਕਰਨ ਵਾਸਤੇ ਰੱਬੀ ਬਾਣੀ ਦਾ ਉਪਦੇਸ਼ ਦੇ ਕਰਕੇ ਜੀਵਾਂ ਨੂੰ ਨਾਮ ਤੇ ਪਰਮੇਸ਼ਰ ਦੀ ਸਿਫਤ ਵਿੱਚ ਜੋੜਨਾ ਸੀ। ਉਹ ਕਾਰਜ ਗੁਰੂ ਸਾਹਿਬ ਨੇ ਛੋਟੀ ਉਮਰ ਵਿੱਚ ਸ਼ੁਰੂ ਕਰ ਦਿੱਤਾ ਹੈ। ਅਨਵਸਥਾ ਉਪਦੇਸ਼ਕ ਕੇਰੀ। ਹੁਣ ਦੇਖੋ ਕਹਿੰਦੇ ਕਵੀ ਜੀ, ਕਹਿੰਦੇ ਅਵਸਥਾ ਦੇਖੋ ਭਈ, ਇੱਕ ਬਜ਼ੁਰਗ ਪਾਂਧਾ ਉਹ ਤਾਂ ਬੈਠਾ ਹੈ ਸਟੂਡੈਂਟ ਵਿਦਿਆਰਥੀ ਬਣ ਕੇ, ਤੇ 5 ਸਾਲ ਦੀ ਉਮਰ ਵਿੱਚ ਬਾਲਕ ਰੂਪ ਵਿੱਚ ਗੁਰੂ ਸਾਹਿਬ ਗੁਰੂ ਰੂਪ ਹੋ ਕਰਕੇ ਉਪਦੇਸ਼ ਦੇ। ਅਨ ਅਵਸਥਾ ਤੋਂ ਉਪਦੇਸ਼ਕ, ਉਪਦੇਸ਼ ਦੇਣ ਵਾਲੇ ਧੰਨ ਗੁਰੂ ਨਾਨਕ ਦੀ ਅਵਸਥਾ ਜਿਹੜੀ ਹੈ ਬਚਪਨ ਦੀ ਹੈ। ਧਰਾ ਅਧੀਰਜ ਸਕਹਿ ਨਾ ਹੀਰੀ। ਕਿਉਂਕਿ ਇਸ ਲਈ ਕਿ ਜਿਹੜਾ ਧਰਤੀ ਦਾ ਧੀਰਜ ਹਿੱਲਿਆ ਨਾ, ਉਹ ਗੁਰੂ ਨਾਨਕ ਸਾਹਿਬ ਵੇਖ ਨਹੀਂ ਸਕਦੇ। ਇਸ ਵਾਸਤੇ ਧਰਤੀ ਨੂੰ ਧੀਰਜ ਦੇਣ ਵਾਸਤੇ, ਧਰਮ ਨੂੰ ਟਿਕਾਉਣ ਵਾਸਤੇ, ਜ਼ੁਲਮ ਪਾਪ ਆਦਿਕ ਨੂੰ ਦੂਰ ਕਰਨ ਵਾਸਤੇ ਸਾਹਿਬ ਗੁਰੂ ਨਾਨਕ ਸਾਹਿਬ ਨੇ ਬਚਪਨ ਵਿੱਚ ਇਹ ਕਾਰਜ ਸ਼ੁਰੂ ਕਰ ਦਿੱਤਾ ਹੈ। ਚਉਪਈ ਪਾਦੇ ਪ੍ਰਤ ਪੂਰਬ ਉਪਕਾਰਾ। ਸਭ ਤੋਂ ਪਹਿਲਾਂ ਕਹਿੰਦੇ ਨੇ ਪੂਰਬ ਕਵੀ ਜੀ ਕਹਿੰਦੇ ਇਹ ਪਰਉਪਕਾਰ ਉਸ ਪਾਂਧੇ ਤੇ ਹੋਇਆ ਜਿਹਦਾ ਨਾਮ ਗੋਪਾਲ ਪਾਂਧਾ ਹੈ। ਭਵਤਾਰਨ ਹਿਤ ਸ਼ਬਦ ਉਚਾਰਾ। ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ ਪਾਂਧੇ ਦੇ ਪਰਥਾਏ ਇਹ ਸ਼ਬਦ ਉਚਾਰਿਆ। ਕਵੀ ਜੀ ਕਹਿੰਦੇ ਸਾਰੀ ਦੁਨੀਆ ਨੂੰ ਤਾਰਨ ਵਾਸਤੇ ਗੁਰੂ ਨਾਨਕ ਨੇ ਸ਼ਬਦ ਬਖਸ਼ਿਸ਼ ਕੀਤਾ ਹੈ। ਤੇ ਮੇਰੇ ਹਜੂਰ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਬਖਸ਼ਿਆ ਹੈ। ਚਤਰ ਵੇਦ ਬਰ ਸਾਰ ਲਿਖਾਇਆ। ਮੇਰੇ ਸਤਿਗੁਰੂ ਪਾਤਸ਼ਾਹ ਨੇ ਬਰ ਜੋ ਸ੍ਰੇਸ਼ਟ 4 ਵੇਦ ਨੇ ਜਿਹੜੇ ਧਰਮ ਗ੍ਰੰਥ ਇਸ ਪ੍ਰਕਾਰ ਭਾਰਤ ਭੂਮੀ ਤੇ ਕਹਿੰਦੇ ਉਹਨਾਂ ਦਾ ਸਾਰ ਜਿਹੜਾ ਹੈ, ਸਿਧਾਂਤ ਨਿਚੋੜ ਹੈ, ਮੇਰੇ ਸਤਿਗੁਰੂ ਨੇ ਉਹ ਜਣਾ ਦਿੱਤਾ ਇਹਨਾਂ ਅੱਖਰਾਂ ਦੇ ਵਿੱਚ। ਤਰਹਿ ਜੇ ਨਰ ਸੁਨ ਮਨ ਵਸਾਇਆ। ਉਹ ਮਨੁੱਖ ਤਰ ਜਾਣਗੇ ਜਿਨ੍ਹਾਂ ਨੇ ਇਹ ਗੁਰੂ ਨਾਨਕ ਦੇ ਬਚਨਾਂ ਨੂੰ ਸੁਣ ਕੇ ਸਮਝ ਕੇ ਤੇ ਜਿਨ੍ਹਾਂ ਨੇ ਹਿਰਦੇ 'ਚ ਧਾਰ ਕੇ ਕਮਾ ਲਿਆ ਹੈ। ਦੋਹਰਾ ਦੇਹ ਦੀ ਵੱਟੀ ਕੇ ਵਿਖੇ। ਜਿਨ੍ਹਾਂ ਨੇ ਦੇਹ ਸਰੀਰ ਰੂਪ ਇੱਕ ਦੀਵਟੀ ਬਣਾਈ ਹੈ। ਨੇਹ ਮੋਹ ਭਰਪੂਰ। ਜਿਹਦੇ ਵਿੱਚ ਨੇਹ ਕੀਆ ਮੋਹ, ਸਰੀਰ ਰੂਪ ਦੀਵੇ ਦੇ ਵਿੱਚ ਮੋਹ ਦਾ ਤੇਲ ਸਾਡੇ ਵਿੱਚ ਭਰਿਆ ਹੋਇਆ ਹੈ। ਜੋ ਬਾਤੀ ਵਿਸ਼ਯਨ ਬਾਸ਼ਨਾ। ਤੇ ਇਹ ਬੱਤੀ ਕਿਹੜੀ ਪਾਈ ਜੋ ਵਿਸ਼ੇ ਵਾਸ਼ਨਾ ਹੈ ਜੀਵਾਂ ਦੇ ਅੰਦਰ। ਅਗਨ ਗਿਆਨ ਤੇ ਦੂਰ। ਇਸ ਪ੍ਰਕਾਰ ਤੇ ਗਿਆਨ ਰੂਪ ਅਗਨੀ ਦੇ ਨਾਲ ਇਸ ਪ੍ਰਕਾਰ ਜਿਹੜਾ ਨਾ ਇਸ ਨੂੰ ਜਲਾਉਣਾ ਹੈ। ਚਉਪਈ ਗੁਰ ਪ੍ਰਸਾਦ ਕਰ ਢੇਗ ਜਬ ਹੋਇਆ ਹੈ। ਤਾਂ ਕਹਿੰਦੇ ਗੁਰੂ ਦੀ ਕਿਰਪਾ ਕਰਕੇ ਜਦੋਂ ਨੇੜੇ ਗੁਰੂ ਦੇ ਹੋ ਕੇ ਗਿਆਨ ਗੁਰੂ ਨੇ ਬਖਸ਼ਣਾ ਹੈ। ਵਿਸ਼ਿਆਂ ਦੀ ਬੱਤੀ ਹੈ। ਇਸ ਤਰੀਕੇ ਦੇ ਨਾਲ ਇਹ ਪੁਰਾਣਾ ਤਰੀਕਾ ਹੈ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਡੇ ਬਜ਼ੁਰਗਾਂ ਨੂੰ ਪਤਾ, ਜਦੋਂ ਦੀਵਾਲੀ ਤੇ ਘਰਾਂ ਵਿੱਚ ਦੀਵੇ ਜਗਾਏ ਜਾਂਦੇ ਸਨ ਨਾ, ਇੱਕ ਵੱਡਾ ਦੀਵਾ ਘਿਓ ਦਾ ਦੀਵਾ ਜਗਾਇਆ ਜਾਂਦਾ। ਉਹਦੇ ਉੱਤੇ ਇੱਕ ਘੁਮਿਆਰ ਦੇ ਕੋਲ ਜਾਣ ਕੇ ਨਾ ਚੱਪਣ ਹੁੰਦਾ ਮਿੱਟੀ ਦਾ,
ਉਸ ਨੂੰ ਪੁੱਠਾ ਲਟਕਾ ਕਰਕੇ ਉਹਦੇ ਤੇ ਟਿਕਾ ਦਿੰਦਾ। ਜੇ ਤੇ ਦੀਵੇ ਦੀ ਜੋਤ ਲੱਗਦੀ ਤੇ ਉਹਦੀ ਕਾਲਖ ਜਿਹੜੀ ਸੀ ਨਾ ਉਹ ਉਸ ਢੱਕਣ ਦੇ ਉੱਤੇ ਜਮ੍ਹਾਂ ਹੋ ਜਾਂਦੀ ਸੀ। ਫਿਰ ਕੀ ਕਰਨਾ ਕਿ ਗੂੰਦ ਲੈਣੀ, ਉਹ ਜਿਹੜੀ ਕਾਲਖ ਸੜਿਆ ਹੋਇਆ ਫੁੱਲ ਹੁੰਦਾ ਸੀ ਉਸ ਨੂੰ ਰਗੜ ਕਰਕੇ ਗੂੰਦ ਪਾ ਕਰਕੇ ਕਾਲੀ ਦੇ ਵਿੱਚ ਤੇ ਉਸ ਪ੍ਰਕਾਰ ਉਸ ਨੂੰ ਰਗੜ ਕੇ ਪੇਸਟ ਬਣਾਉਣੀ। ਉਸ ਪੇਸਟ ਨੂੰ ਫਿਰ ਕੀ ਕਰਨਾ, ਜਿਹੜੇ ਕਾਨੇ ਹੁੰਦੇ ਸੀ, ਕਾਨਿਆਂ ਦੇ ਬਰੀਕ ਤੀਲੇ ਜਿਹੜੇ ਹੁੰਦੇ ਅਗਲੇ ਪਾਸੇ ਫੁੱਲ ਵਾਲੇ, ਉਹਨਾਂ ਤੀਲਿਆਂ 'ਤੇ ਲਪੇਟ ਕਰਕੇ ਧੁੱਪੇ ਰੱਖ ਕੇ ਸੁਕਾਉਣਾ। ਉਸ ਨੂੰ ਤੋੜ ਕਰਕੇ ਤੇ ਉਹਨੂੰ ਫਿਰ ਉਹ ਸਿਆਹੀ ਰੱਖ ਲੈਣੀ ਸੁਕਾ ਕੇ। ਉਸ ਨੂੰ ਇੱਕ ਛੋਟਾ ਜਿਹੀ ਦਵਾਤ ਲੈਣੀ, ਦਵਾਤ ਬੋਲਦੇ ਉਸ ਨੂੰ, ਅਤੇ ਉਹਦੇ ਵਿੱਚ ਸੋ ਪਾਣੀ ਪਾ ਕੇ ਤੇ ਉਹਦੇ ਵਿੱਚ ਉਹ ਸਿਆਹੀ ਪਾ ਕਰਕੇ ਘੋਲ ਲੈਣੀ। ਉਹਦੇ ਵਿੱਚ ਕਲੀਰ ਪਾ ਦੇਣੀ ਤਾਂ ਕਿ ਜੋ ਉਹ ਚੂਸ ਲਵੇ। ਉਸ ਨੂੰ ਥੋੜ੍ਹਾ ਜਿਹਾ ਪਾਣੀ ਪਾ ਕੇ ਤੇ ਕਲਮ ਨਾਲ ਡੋਬੇ ਲਾ ਕਰਕੇ ਤੇ ਲਿਖਿਆ ਜਾਂਦਾ ਸੀ। ਇਸ ਤਰੀਕੇ ਦੀ ਉਹ ਸਾਡੀ ਪੁਰਾਤਨ ਪੜ੍ਹਾਈ ਸੀ। ਅਸੀਂ ਉਹ ਪੜ੍ਹਾਈ ਪੜ੍ਹੇ ਹੋਏ ਹਾਂ ਸਕੂਲਾਂ ਦੇ ਵਿੱਚ। ਇਸ ਪ੍ਰਕਾਰ ਉਸ ਤਰੀਕੇ ਉਹ ਤਰੀਕਾ ਉਦੋਂ ਚੱਲਦਾ ਸੀ। ਉਸ ਤਰੀਕੇ ਦਾ ਕਵੀ ਜੀ ਕਹਿ ਰਹੇ ਨੇ, ਦੇਹ ਰੂਪ ਸਰੀਰ ਰੂਪ ਇੱਕ ਦੀਵਾ ਹੈ। ਜਿਹੜਾ ਸਾਡੇ ਸਰੀਰਾਂ ਦੇ ਮਨ ਵਿੱਚ ਮੋਹ ਪਿਆ ਹੋਇਆ, ਇਹ ਮੋਹ ਰੂਪ ਦੇ ਵਿੱਚ ਤੇਲ ਹੈ। ਜਿਹੜੀ ਸਾਡੀ ਬਿਰਤੀ ਸੁਰਤ ਜਿਹੜੀ ਵਿਸ਼ਿਆਂ ਵਿਕਾਰਾਂ ਵਿੱਚ ਲੱਗੀ, ਇਹ ਬੱਤੀ ਹੈ। ਔਰ ਇਸ ਨੂੰ ਜਗਾਉਣਾ ਹੈ ਗੁਰੂ ਦੇ ਗਿਆਨ ਦੇ ਨਾਲ। ਤੇ ਜਦੋਂ ਸੋ ਇਸ ਪ੍ਰਕਾਰ ਗੁਰੂ ਦੇ ਨੇੜੇ ਹੋ ਕਰਕੇ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਕਰਾਂਗੇ, ਇਹ ਵਿਸ਼ਿਆਂ ਦੀ ਬੱਤੀ ਸੜੇਗੀ, ਉਹ ਤੇਲ ਸੜੇਗਾ। ਇਸ ਤਰੀਕੇ ਦੇ ਨਾਲ ਸੋ ਜਾਲ ਮੋਹ ਜਿਹੜਾ ਉਹਦੇ ਅਰਥ ਹੋ ਰਹੇ ਹਨ, ਆਤਮ ਗਿਆਨ ਲੇ ਪਦ ਪੈ ਹੈ। ਤੇ ਸਤਿਗੁਰਾਂ ਦੇ ਪਾਸੋਂ ਆਤਮ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਮਹਾਨ ਪਦਵੀ ਨੂੰ ਪ੍ਰਾਪਤ ਕਰੇਗਾ। ਸ੍ਰੀ ਨਾਨਕ ਹੋਏ ਗੁਰ ਦੁਖ ਖੋਊ। ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੁੱਖਾਂ ਨੂੰ ਦੂਰ ਕਰਨ ਵਾਲੇ ਗੁਰੂ ਰੂਪ ਹੋਏ ਹਨ। ਭੇ ਪ੍ਰਸੀਦ ਉਪਦੇਸਿਓ ਸੋ। ਤੇ ਮੇਰੇ ਸਾਧੂ ਪ੍ਰਸੀਦ ਖੁਸ਼ ਹੋ ਗਏ ਤੇ ਉਪਦੇਸ਼ ਬਖਸ਼ਿਸ਼ ਕੀਤਾ ਗੋਪਾਲ ਪਾਂਧੇ ਦੇ ਤਾਈਂ। ਨੇਹ ਮੋਹ ਜਬ ਪਾਦਾ ਜਾ ਰਹੋ। ਹੁਕਮ ਕੀਤਾ, ਹੇ ਪਾਂਧਾ ਜੀ, ਜਦੋਂ ਮੋਹ ਰੂਪ ਤੇਲ ਨੂੰ ਸਾੜ ਦਿਓਗੇ, ਗਿਆਨ ਅਗਨ ਸੋ ਸਗਲ ਨਿਵਾਰੋ। ਗਿਆਨ ਗੁਰੂ ਦੇ ਬਖਸ਼ੋ ਗਿਆਨ ਦੀ ਅਗਨੀ ਨਾਲ ਸਾਰਾ ਹੀ ਤੁਹਾਡਾ ਮੋਹ ਜਦੋਂ ਦੂਰ ਹੋ ਜਾਏਗਾ। ਸ਼ਰਧਾ ਧਾਰ ਕਾਜਰ ਬਰ ਪਾਵਹ। ਤੋ ਸ਼ਰਧਾ ਧਾਰ ਕਰਕੇ ਕੱਜਲ ਤੁਸੀਂ ਪ੍ਰਾਪਤ ਕਰੋਗੇ, ਸ਼ਰਧਾ ਰੂਪ ਕੱਜਲ ਮਿਲੇਗਾ। ਤਨ ਤਜਨਾ ਘਸਨ ਸਵਾਰਹੁ। ਤੇ ਜਿਹੜਾ ਹੰਕਾਰ ਦਾ ਤਿਆਗ ਕਰਨਾ, ਹਉਮੈ ਦਾ ਤਿਆਗ ਕਰਨਾ ਸਰੀਰ ਦਾ, ਇਹ ਇਸ ਨੂੰ ਘਸਾਉਣਾ ਹੈ। ਸਮਤ ਸਾਰ ਕੋ ਕਾਗਦ ਕਰੀਏ। ਸੋਹਣੀ ਜੋ ਮਤ ਹੈ, ਸੋ ਊਤਮ ਮਤ ਮੇਰੇ ਹਿਰਦੇ ਤੂੰ ਆਓ, ਇਹ ਸ਼ੁੱਧ ਬੁੱਧੀ ਹੈ, ਇਹਨੂੰ ਕਾਗਜ਼ ਬਣਾਉਣਾ ਹੈ। ਭਾਉ ਕਲਮ ਕਰ ਮਨ ਕਰ ਧਰੀਏ। ਤੇ ਪ੍ਰੇਮ ਦੀ ਕਲਮ ਨੂੰ ਮਨ ਰੂਪ ਹੱਥ ਵਿੱਚ ਫੜਾਉਣਾ ਹੈ ਜੀ। ਲੇਖਕ ਚਿਤ ਬੂਝ ਗੁਰਦੁਆਰਾ। ਗੁਰਦੁਆਰਾ ਪੁੱਛ ਕਰਕੇ ਲਿਖਾਰੀ ਆਪਣੇ ਚਿੱਤ ਨੂੰ ਬਣਾਉਣਾ ਹੈ। ਲਿਖੀਏ ਸੱਤਾ ਸਤ ਵਿਚਾਰਾ। ਤੇ ਲਿਖਣਾ ਕੀ ਹੈ? ਸੱਚ ਤੇ ਝੂਠ ਦੀ ਵਿਚਾਰ, ਸਤ ਅਸਤ। ਅਸਤ ਕੀ ਹੈ ਤੇ ਸੱਚ ਕੀ ਹੈ? ਸੱਚ ਕੀ ਹੈ, ਝੂਠ ਕੀ ਹੈ? ਝੂਠ ਦਾ ਤਿਆਗ ਕਰਨਾ ਹੈ, ਸੱਚ ਨੂੰ ਧਾਰਨ ਕਰਨਾ, ਇਹ ਲੇਖਾ ਲਿਖਣਾ ਹੈ। ਉਹ ਰਾਸ ਲੇਖਾ ਲਿਖ ਜਾਣ ਤੂੰ। ਤੋ ਕਹਿੰਦੇ ਨੇ, ਹੇ ਸਤਿਕਾਰਯੋਗ ਜੀ, ਆਹ ਲੇਖਾ ਲਿਖਣਾ ਸਿੱਖ ਲੈ ਜੇ ਬੰਧਨਾਂ ਤੋਂ ਛੁਟਕਾਰਾ ਪ੍ਰਾਪਤ ਕਰਨਾ ਹੈ ਤਾਂ। ਜਿਸ ਤੇ ਊਨ ਨਾ ਹੋਏ। ਜਿਸ ਤੋਂ ਕਦੇ ਵੀ ਊਣਾ ਨਹੀਂ, ਖਾਲੀ ਨਹੀਂ ਹੋਵੇਗਾ। ਲਿਖੋ ਨਾਮ ਤੇ ਸਿਫਤ ਲਿਖ। ਲਿਖੋ ਪਰਮੇਸ਼ਵਰ ਦਾ ਨਾਮ, ਤੇ ਜਿਹਦਾ ਨਾਮ ਹੈ ਉਸ ਦੀ ਸਿਫਤ ਵੀ ਨਾਲ ਲਿਖੋ। ਅੰਤ ਨਾ ਪਾਰਵਰ ਕੋਏ। ਤੇ ਅਖੀਰ ਵਿੱਚ ਲਿਖ ਦੇਣਾ, ਅੰਤ ਨਾ ਪਾਰਾਵਾਰ। ਉਸ ਪਰਮੇਸ਼ਵਰ ਦਾ ਕੋਈ ਅੰਤ ਨਹੀਂ, ਉਹ ਬੇਅੰਤ ਹੈ। ਚੌਪਈ ਜਿਸ ਸਥਾਨ ਲਿਖਾ ਯਮ ਲਈ। ਯਮ ਕੀ ਹੈ? ਧਰਮ ਲਿਖ ਨਾਵੈ ਧਰਮ ਮਹਾਲਿਆ। ਧਰਮ ਰਾਜ ਇੱਥੇ ਲੇਖਾ ਲਿਖਦਾ ਹੈ। ਸੋ ਸਭਨਾ ਕਾ ਦਰ ਲੇਖਾ ਸੱਚ ਹੈ, ਛੂਟ ਸਨਾਮ ਸੁਹਾਵਣਿਆ। ਸੋ ਕਹਿੰਦੇ ਨੇ ਜਿੱਥੇ ਇਹ ਲੇਖਾ ਧਰਮਰਾਜ ਕੋਲ ਲਿਆ ਜਾਂਦਾ, ਹਰੇਕ ਜੀਵ ਕੋਲੋਂ। ਸੱਚ ਨਿਸ਼ਾਨੀ ਹੀਰ ਮੁਚੇਈ। ਜਦੋਂ ਇਹ ਸੱਚੇ ਨਾਮ ਦੀ ਨਿਸ਼ਾਨੀ ਉਹ ਵੇਖ ਲਏਗਾ ਨਾ, ਮੁਚਾਈ, ਇਹ ਨਾਮ ਤੁਹਾਨੂੰ ਛੁਡਾ ਲਏਗਾ ਉਹਦੇ ਕੋਲੋਂ। ਕੋਸ਼ਪ ਹੋਏ ਸ਼ਾਹ ਕੋ ਜੈਸੇ। ਇਹ ਨਾਮ ਏਦਾਂ ਹੈ ਜਿਸ ਤਰ੍ਹਾਂ ਕਿਸੇ ਬਾਦਸ਼ਾਹ ਦਾ ਖਜ਼ਾਨਾ ਹੋਵੇ, ਤਿਸ ਤੇ ਸੁਲਕ ਪਿੱਤ ਲੈ ਜੈਸੇ। ਤੇ ਜਿਸ ਤਰੀਕੇ ਦੇ ਨਾਲ ਸਾਰਿਆਂ ਦੇ ਕੋਲੋਂ ਸੁਲਕ ਜਿਹੜਾ ਹੈ ਟੈਕਸ ਲੈਂਦੇ ਨੇ, ਮਸੂਲੀਏ ਜਿਹੜੇ ਨੇ, ਜਿੱਦਾਂ ਦਰਿਆਵਾਂ ਤੇ ਹੁੰਦੇ ਜਾਂ ਇੱਦਾਂ ਹੁਣ ਅੱਜ ਕੱਲ੍ਹ ਟੋਲ ਟੈਕਸ ਲੱਗੇ ਨੇ। ਸੋ ਸਰਕਾਰੀ ਬੰਦੇ ਜਿਹੜੇ ਮਸੂਲੀਏ ਮਸੂਲ ਲੈਂਦੇ ਹਨ, ਜਿੱਦਾਂ ਆਪ ਉਪਾਇਨ ਦੇ ਮਿਲੈ ਹੈ। ਤੇ ਕੀ ਉਹ ਮਸੂਲੀਏ ਜਿਹੜੇ ਨੇ, ਜਦੋਂ ਪਤਾ ਲੱਗੇਗਾ ਵੀ ਸਰਕਾਰੀ ਖਜ਼ਾਨਾ ਜਾ ਰਿਹਾ ਹੈ, ਉਹ ਆਪ ਸਗੋਂ ਭੇਟਾ ਦੇ ਦੇ ਕਰਕੇ ਮਿਲਣਗੇ, ਹੱਥ ਜੋੜਨਗੇ। ਡਰ ਔਰ ਕਰ ਪੁਨ ਸੁਖ ਚ ਚਲੈ ਹੈ। ਤੇ ਹਿਰਦੇ ਵਿੱਚ ਡਰ ਧਾਰਨਗੇ ਤੇ ਆਪ ਸੁੱਕ ਚ ਕਰਕੇ, ਸੰਕੋਚ ਕਰਕੇ, ਤੇ ਇਸ ਪ੍ਰਕਾਰ ਉਹ ਚੱਲਣਗੇ ਵੀ ਕੋਈ ਸਾਡੇ ਕੋਲੋਂ ਗਲਤੀ ਨਾ ਹੋਵੇ, ਸਰਕਾਰੀ ਖਜ਼ਾਨਾ ਹੈ, ਫੜੇ ਜਾਵਾਂਗੇ। ਇਉਂ ਪਰਮੇਸ਼ਵਰ ਦਾ ਨਾਮ ਸਰਕਾਰੀ ਖਜ਼ਾਨਾ ਹੈ। ਧਰਮ ਰਾਜਾ ਸੰਕੋਚ ਜਾਏਗਾ ਇਹ ਨਾਮ ਦੀ ਨਿਸ਼ਾਨੀ ਵੇਖ ਕਰਕੇ। ਅਸ ਲੇਖਾ ਤੇ ਤੁਵ ਔਰ ਪਾਦਾ। ਇਸ ਵਾਸਤੇ ਹੇ ਪਾਦਾ ਜੀ,
ਇਹੋ ਜਿਹਾ ਲੇਖਾ ਜਿਹੜਾ ਹੈ ਇਹ ਤੂੰ ਜਾਣ ਲੈ। ਉਦਰੇ ਗੋ ਭਾਵ ਸਿੰਧ ਅਗਾਧਾ। ਇਹ ਬੜਾ ਅਗਾਧ ਡੂੰਘਾ ਸੰਸਾਰ ਸਮੁੰਦਰ ਹੈ। ਲੈ ਇੰਨਾ ਲੇਖਾ ਸਾਡੇ ਕੋਲੋਂ ਸਿੱਖ ਲੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਜੀਵ ਅਨੋਜ ਜਾਏ ਜਿਹ ਜਾਈ। ਜਿਸ ਜਾਈ ਜਗ੍ਹਾ ਤੇ ਇਹ ਜੀਵ ਬੜਾ ਅਨੋਜ ਓਜ ਤੋਂ ਰਹਿਤ ਬੜਾ ਕਮਜ਼ੋਰ ਹੋ ਕਰਕੇ ਵਿਚਾਰਾ ਜਾਂਦਾ ਜਦੋਂ। ਪਰਮ ਮੀਤ ਜਿਉ ਤਹਾਂ ਸੁਹਾਈ। ਤੋ ਕਹਿੰਦੇ ਨੇ ਉੱਥੇ ਜਿਸ ਪ੍ਰਕਾਰ ਕੋਈ ਮਿੱਤਰ ਹੋਣ ਤੇ ਉਹੀ ਸਹਾਇਤਾ ਕਰ ਸਕਦੇ ਹਨ। ਸਾਰਬ ਭੂਮ ਸ਼ਰਨ ਜਿਹ ਪਰਨਾ। ਤਾਂ ਜਿਹੜਾ ਸਾਰੀ ਪ੍ਰਿਥਵੀ ਦਾ ਚੱਕਰਵਰਤੀ ਰਾਜਾ ਹੋਵੇ ਉਹਦੀ ਸ਼ਰਨ ਦਾ ਜੋ ਆਸਰਾ ਲੈ ਲੈਂਦਾ ਹੈ। ਤਿੰਨ ਨਰ ਉਰ ਡਰ ਕਿਉਂ ਫਿਰ ਕਰਨਾ। ਉਸ ਮਨੁੱਖ ਨੂੰ ਕਾਹਦਾ ਡਰ ਹੈ। ਕਿਸੇ ਚੱਕਰਵਰਤੀ ਰਾਜੇ ਦੀ ਓਟ ਲਈ ਹੈ, ਉਹਦਾ ਵੀ ਵਜ਼ੀਰ ਬਣ ਗਿਆ, ਨੇੜਲਾ ਬਣ ਗਿਆ, ਨੌਕਰਾਂ ਚਾਕਰਾਂ ਦੀ ਕਾਹਦੀ ਫਿਰ ਉਹਨੂੰ ਕਿਸੇ ਪ੍ਰਵਾਹ ਹੋਣੀ ਹੈ, ਡਰ ਹੋਣਾ ਹੈ। ਇਸ ਵਾਸਤੇ ਭਾਈ ਅਕਾਲ ਪੁਰਖ ਸੋ ਪਾਤਸ਼ਾਹੋ ਸਾਹ ਪਾਤਸ਼ਾਹ ਹੈ ਜਿਹੜਾ ਉਸ ਮਾਲਕ ਦੇ ਨਾਮ ਤੇ ਸਿਫਤ ਸਲਾਹ ਵਿੱਚ ਜੁੜ ਜਾਂਦਾ ਹੈ। ਫਿਰ ਇਹ ਧਰਮ ਰਾਜ ਤੇ ਹੋਰ ਸਾਰੇ ਹੀ ਇਸ ਪਰ ਸੰਕੋਚਦੇ ਹਨ, ਫਿਰ ਉਹਦੇ ਕੋਲੋਂ ਡਰਦੇ ਹਨ। ਦੋਹਰਾ ਸੁਣ ਸੁਣਨ ਮਨ ਗੁਨਹਿ ਪੁਨ। ਤੋ ਕਹਿੰਦੇ ਕੰਨਾਂ ਵਿੱਚ ਸੁਣ ਕਰਕੇ ਭਾਈ ਇਸ ਦੀ ਵਿਚਾਰ ਕਰੋ। ਪਾਦੇ ਅਚਰਜ ਕੀ ਚੀਨ। ਤੋ ਪਾਂਦਾ ਅਕਸਰ ਵਿਦਵਾਨ ਸੀ, ਬੜਾ ਆਸ਼ਚਰਜ ਕੀਤਾ, ਮਨ 'ਚ ਵਿਚਾਰ ਧਾਰਨ ਕਰਕੇ ਸੋਚਦਾ ਵੀ ਇਹ ਕਿਹੋ ਜਿਹਾ ਰੂਹਾਨੀ ਉਪਦੇਸ਼ ਹੈ। ਦੁਤੀਏ ਇੰਦ ਰੁਕਿੰਦ ਜਿਉ। ਇਹ ਤਾਂ ਇਉਂ ਸਮਝੋ ਜਿਵੇਂ ਦੂਜ ਦਾ ਚੰਦਰਮਾ ਹੋਵੇ, ਐਸਾ ਮੇਰੇ ਸਤਿਗੁਰੂ ਪਾਤਸ਼ਾਹ ਦਾ ਸਰੀਰ ਹੈ। ਪਰ ਉਪਦੇਸ਼ ਮਹਾਰਾਜ ਦਾ ਇਉਂ ਹੈ ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੋਵੇ। ਜੌਨ ਬੈਨ ਇਨਕੀਨ। ਭਾਵ ਕਿ ਦੂਜ ਦੇ ਚੰਦਰਮਾ ਦੇ ਵਰਗਾ ਤੇ ਗੁਰੂ ਸਾਹਿਬ ਦਾ ਬਾਲਕ ਸਰੂਪ ਹੈ। ਪਰ ਕਹਿੰਦੇ ਜਿਹੜਾ ਇਹਨਾਂ ਨੇ ਇਹ ਬਚਨ ਉਚਾਰਨ ਕੀਤੇ ਨੇ ਉਹ ਤਾਂ ਇਉਂ ਹੈ ਜਿਵੇਂ ਪੂਰਨਮਾਸ਼ੀ ਦੇ ਚੰਦਰਮਾ ਦੀ ਚਾਂਦਨੀ ਹੋਵੇ। ਚਾਉ ਪਈ ਚਿੱਤ ਚਕੋਰ ਰੁਚ ਚਮਕੀ ਚਾਰੂ। ਤਾਂ ਝੱਟ ਕਹਿੰਦੇ ਪਾਂਦੇ ਦੇ ਮਨ ਵਿੱਚ ਰੁਚੀ ਜਾਗੀ ਹੈ, ਜਿਵੇਂ ਚੰਦ ਚਕੋਰ ਪ੍ਰੀਤ ਹੈ ਲਾਇ ਤਾਰਨੇ ਹਾਲੇ। ਸੋ ਇਸ ਦਾ ਮਨ ਜਿਹੜਾ ਹੁਣ ਸ਼ਰਧਾਵਾਨ ਹੋਇਆ। ਸਾਹਿਬ ਗੁਰੂ ਨਾਨਕ ਸਾਹਿਬ ਰੂਪ ਚੰਦਰਮਾ ਮੁਖ ਵੱਲ ਨੂੰ ਇਹਦਾ ਮਨ ਚਕੋਰ ਬਣ ਕਰਕੇ ਹੁਣ ਟਿਕ ਗਿਆ ਹੈ। ਬਾਲਨ ਤੁਲ ਨਾ ਬਾਲ ਅਚਾਰੂ। ਸੋਚਦਾ ਹੈ ਇਸ ਬੱਚੇ ਦਾ ਬੱਚਿਆਂ ਵਰਗੇ ਆਚਾਰ ਕਰਤਵ ਕਰੈਕਟਰ ਨਹੀਂ ਹੈ, ਇਹ ਵਿਸ਼ੇਸ਼ ਹਨ। ਕਲਾ ਵਿਸਾਲ ਦਇਆਲ ਭਲ ਭਾਂਤੀ। ਦਿਆਲੂ ਵੀ ਹਨ ਪਰ ਇਹਨਾਂ ਵਿੱਚ ਕਲਾ ਮੈਨੇ ਸ਼ਕਤੀ, ਮਹਾਨ ਸ਼ਕਤੀ ਦੇ ਮਾਲਕ ਹਨ। ਇਹ ਹੁਣ ਪਾਂਦੇ ਦਾ ਮਨ ਮੰਨ ਗਿਆ ਜਦੋਂ ਸਾਹਿਬ ਗੁਰੂ ਨਾਨਕ ਸਾਹਿਬ ਨੇ ਸ਼ਬਦ ਦਾ ਪਹਿਲਾ ਪਦ ਹੀ ਸੁਣਾਇਆ ਇਸ ਨੂੰ। ਇਸ ਦਾ ਮਨ ਮੰਨ ਗਿਆ ਹੈ। ਜਨ ਕਲ ਮਲ ਕਲ ਬਾਲ ਆਰਾਤੀ। ਤੋ ਮਾਨੋ ਕਿ ਜਿਸ ਤਰੀਕੇ ਦੇ ਨਾਲ ਕਲਮਲ ਜਿਹੜੇ ਪਾਪ ਨੇ ਉਹਨਾਂ ਨੂੰ ਇਸ ਪ੍ਰਕਾਰ ਜਿਵੇਂ ਸੁਗਿਆਨ ਦੂਰ ਕਰਦਾ ਹੈ। ਭਰੀ ਬੂਝਨ ਹਿਤ ਉਦਤਿਓ। ਤਾਂ ਇਹਨੂੰ ਸਮਝ ਪਈ ਹੈ ਹੋਰ ਪੁੱਛਣ ਵਾਸਤੇ, ਜਿਹੜਾ ਮਨ ਵਿੱਚ ਹੋਰ ਫੁਰਨਾ ਸੀ ਪੁੱਛਣ ਵਾਸਤੇ, ਸੋ ਉਦਤਿਓ ਇਹ ਤਿਆਰ ਹੋਇਆ। ਕਮਲ ਬਦਨ ਅਲ ਬਾਚ ਗੁਰ ਵਿਦਤਿਓ। ਤੋ ਭਾਈ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਕਮਲ ਸਰੀਖਾ ਮੁਖ ਹੈ। ਤੇ ਇਹ ਹੁਣ ਪਾਂਦਾ ਜਿਹੜਾ ਇਹਨੇ ਆਪਣੇ ਜਿਵੇਂ ਭੌਰਾ ਕਮਲ ਦੇ ਉੱਤੇ ਘੁੰਮਦਾ ਇਉਂ ਹੁਣ ਬਚਨ ਕਹਿਣ ਲੱਗਾ ਹੈ। ਆਰਜ ਸੁਜਨ ਭਜਨ ਜਲ ਮੀਨਾ। ਤੋ ਕਹਿੰਦੇ ਜਿਸ ਤਰੀਕੇ ਦੇ ਨਾਲ ਸੋਹਣੇ ਜਸਦਾ ਭਜਨ ਰੂਪ ਜਲ ਜਦ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਐਵੇਂ ਹੀ ਗੁਰੂ ਪਾਤਸ਼ਾਹ ਮਹਾਰਾਜ ਦੇ ਸੁੰਦਰ ਬਚਨਾਂ ਦਾ ਪ੍ਰੇਮੀ ਬਣ ਗਿਆ ਇਹ। ਸੁਨੇ ਸੋ ਦੇਖੇ ਮੈਂ ਅਤ ਦੀਨਾ। ਤੋ ਕਹਿੰਦੇ ਇਸ ਪ੍ਰਕਾਰ ਮੈਂ ਦੇਖੇ ਹਨ ਅਤੀ ਹੀ ਦੀਨ ਲੋਕ ਜੋ ਹਨ। ਅਸਨ ਬਸਨਤ ਪ੍ਰਾਪਤ ਨਾਹੀ। ਤੋ ਇਹ ਹੁਣ ਸਵਾਲ ਕਰਦਾ ਹੈ ਕਿ ਮੈਂ ਇਹੋ ਜਿਹੇ ਦੀਨ ਗਰੀਬ ਲੋਕ ਵੇਖੇ ਨੇ ਜਿਹੜੇ ਵਿਚਾਰੇ ਭੋਜਨ ਤੋਂ ਵਸਤਰਾਂ ਤੋਂ ਵੀ ਤੰਗ ਹਨ ਦੁਨੀਆ ਵਿੱਚ। ਅਸਨ ਬਸਨ ਤਨ ਪ੍ਰਾਪਤ ਨਾਹੀ। ਨਾ ਭੋਜਨ ਮਿਲਦਾ ਹੈ ਵਿਚਾਰਿਆਂ ਨੂੰ, ਨਾ ਕੱਪੜਾ ਚੱਜ ਦਾ ਮਿਲਦਾ ਪਾਉਣ ਨੂੰ ਜੋ ਗਰੀਬ ਹਨ। ਆਵਹਿ ਖਾਹੇ ਰੰਕ ਸੇ ਆਹੀ। ਤੋ ਇਸ ਪ੍ਰਕਾਰ ਆਉਂਦੇ ਦੁਨੀਆ ਵਿੱਚ ਗਰੀਬਾਂ ਵਾਂਗੂ ਰਹਿ ਕਰਕੇ ਰੰਕ ਕੰਗਾਲ ਹੋ ਕਰਕੇ ਵਿਚਾਰੇ ਖਾ ਪੀ ਕਰਕੇ ਆਪਣਾ ਜਿਹੜਾ ਹੈ ਸਮਾਂ ਗੁਜ਼ਾਰਦੇ ਹਨ ਜੋ। ਇਸ ਕਰ ਮੁਰ ਉਰ ਸਰਦਾ ਹਾਰੀ। ਮਹਾਰਾਜ ਇਸ ਕਰਕੇ ਮੇਰੇ ਮਨ ਵਿੱਚ ਸ਼ਰਧਾ ਨਹੀਂ ਆਉਂਦੀ ਵੀ ਜਦੋਂ ਵਾਹਿਗੁਰੂ ਪਰਮੇਸ਼ਵਰ ਉਸ ਨੇ ਸਾਰੇ ਜੀਵ ਭੇਜੇ ਨੇ ਬਣਾਏ ਨੇ ਤੇ ਇਹ ਗਰੀਬ ਕੰਗਾਲ ਲੋਕ ਵਿਚਾਰੇ ਦੁਖੀ ਕਿਉਂ ਹਨ। ਸਿਰ ਮਰਨਾ ਸਭ ਹਨ ਇੱਕ ਸਾਰੀ। ਜਦੋਂ ਮਰਨਾ ਤੇ ਸਾਰਿਆਂ ਦੇ ਸਿਰ ਤੇ ਇੱਕੋ ਜਿਹਾ ਹੀ ਹੈ। ਦੋਹਰਾ ਧਰਾ ਧੀਰ ਦਾ ਧਰਮ ਧੁਰ। ਸੋ ਧੀਰਜ ਧਰਤੀ ਨੂੰ ਧੀਰਜ ਦੇਣ ਵਾਸਤੇ ਧਰਮ ਦੇ ਧੁਰਾ ਰੂਪ ਗੁਰੂ ਨਾਨਕ ਸਾਹਿਬ ਜੀ ਪਾਂਦੇ ਕੇ ਸੁਨ ਬੈਨ। ਜਦੋਂ ਪਾਂਦੇ ਦੇ ਇਹ ਬਚਨ ਸਰਵਣ ਕੀਤੇ ਹਨ ਤਾਂ ਦੁਤੀਆ ਸ਼ਬਦ ਪਦ ਬਦਨ ਤੇ। ਸੁਭਾਏ ਮਨ ਮੁਖ ਤੋਂ ਦੂਸਰਾ ਸ਼ਬਦ ਜਿਹੜਾ ਹੈ ਮਹਾਰਾਜ ਨੇ ਦੂਸਰਾ ਪਦ ਜਿਹੜਾ ਹੈ ਸ਼ਬਦ ਦਾ ਉਚਾਰਨ ਕੀਤਾ। ਪਦ ਤੰਗ ਸਰਦਾ ਦੈਨ। ਤੋ ਮੇਰੇ ਸਤਿਗੁਰੂ ਨੂੰ ਸ਼ਰਧਾ ਭਰੋਸਾ
ਸੋ ਇਸ ਪ੍ਰਕਾਰ ਦੇਣ ਵਾਸਤੇ ਹਜੂਰ ਨੇ ਬਦਤੰ ਉਚਾਰਨ ਕੀਤਾ ਹੈ। ਮੁਖ ਵਾਕ ਜਿੱਥੈ ਮਿਲੇ ਵਡਿਆਈਆ। ਹਜੂਰ ਪਾਤਸ਼ਾਹ ਕਹਿੰਦੇ ਜਿੱਥੇ ਵਾਹਿਗੁਰੂ ਦੀ ਹਜੂਰੀ ਵਿੱਚ ਮਿਲੇ ਵਡਿਆਈਆਂ, ਵਡਿਆਈਆਂ ਪ੍ਰਾਪਤ ਹੁੰਦੀਆਂ ਹਨ ਜਿੱਥੇ ਸਾਧ ਖੁਸ਼ੀਆਂ ਸਾਧ ਚਾਉ। ਸਦਾ ਖੁਸ਼ੀਆਂ ਸਦਾ ਚਾਉ ਤੇ ਉਤਸ਼ਾਹ ਜਿੱਥੇ ਬਣੇ ਰਹਿੰਦੇ ਹਨ, ਤਿੰਨ ਮੁਖ ਟਿੱਕੇ ਨਿਕਲਹਿ। ਉਥੇ ਉਹਨਾਂ ਦੇ ਮੱਥੇ ਦੇ ਉੱਤੇ ਟਿੱਕੇ ਨਿਕਲਦੇ ਹਨ, ਭਾਵ ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਜਿਨ ਮਨ ਸੱਚਾ ਨਾਉ। ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਵਰ ਦਾ ਸਤਨਾਮ ਸ੍ਰੀ ਵਾਹਿਗੁਰੂ ਦਾ ਸੱਚਾ ਨਾਮ ਹੈ, ਉਹਨਾਂ ਨੂੰ ਉੱਥੇ ਸਤਿਕਾਰ ਮਿਲਦਾ ਹੈ। ਕਰਮ ਮਿਲੈ ਤਾਂ ਪਾਈਐ। ਭਾਈ ਦੇਖੋ ਕਰਮ ਮਿਲੈ, ਜਿਨ੍ਹਾਂ ਦੇ ਚੰਗੇ ਕਰਮ ਹੋਣ, ਤਥਾ ਜਿਨ੍ਹਾਂ ਤੇ ਕਰਮ ਬਖਸ਼ਿਸ਼ ਹੋਵੇ ਉਹਨਾਂ ਨੂੰ ਕਰਮ ਮਿਲੇ, ਬਖਸ਼ਿਸ਼ ਮਿਲੇ, ਤਾਂ ਫਿਰ ਇਹ ਦਾਤ ਮਿਲਦੀ ਹੈ ਅੱਗੇ ਵਾਹਿਗੁਰੂ ਹਜ਼ੂਰੀ ਵਿੱਚ। ਨਾਹੀਂ ਗੱਲੀ ਵਾਓ ਦੁਆਓ। ਨਹੀਂ ਤਾਂ ਬਾਕੀ ਦੁਨੀਆ ਵਿੱਚ ਜਿਹੜੀਆਂ ਗੱਲਾਂ ਕਰਨੀਆਂ ਉਹ ਐਵੇਂ ਜਿਵੇਂ ਵਾਓ ਹਵਾ ਚੱਲਦੀ ਆ, ਵਿਅਰਥ। ਸੋ ਇਸ ਪ੍ਰਕਾਰ ਬਾਕੀ ਸਭ ਗੱਲਾਂ ਵਿਅਰਥ ਨੇ, ਜਿਤਨੀਆਂ ਵੀ ਅਸੀਂ ਦੁਨੀਆ 'ਚ ਕਰ ਲਈਏ। ਬਸ ਪਰਮੇਸ਼ਵਰ ਦੇ ਨਾਮ ਦੀ ਹੀ ਉੱਥੇ ਕਦਰ ਪੈਂਦੀ ਹੈ। ਚਲੋ ਭਾਈ ਨਹਿ ਪਾਦਾ ਉਰ ਧਾਰ ਹੋਇਆ ਸੀ। ਇਸ ਵਾਸਤੇ ਪਾਂਦਾ ਜੀ ਤੁਸੀਂ ਹਿਰਦੇ ਵਿੱਚ ਇਉਂ ਨਾ ਧਾਰਨ ਕਰੋ। ਅਗਿਆਨੀ ਨਰ ਮਰ ਜੈ ਹੈ ਜੈਸੀ। ਜਿਸ ਤਰ੍ਹਾਂ ਅਗਿਆਨੀ ਲੋਕ ਮਰਦੇ ਹਨ ਤੇ ਉਹਨਾਂ ਦੀ ਹਾਲਤ ਹੁੰਦੀ ਆ, ਇਉਂ ਨਾ ਜਾਣੋ। ਸਹਿ ਸੋਕਣ ਸੋ ਮਰਨਾ ਤਿਨ ਕੋ। ਜਿਹੜੇ ਅਗਿਆਨੀ ਲੋਕ ਨੇ ਉਹਨਾਂ ਨੂੰ ਸਹਿ ਸੋਕਣ, ਚਿੰਤਾ ਫਿਕਰ ਵਿੱਚ ਹੀ ਮਰਨਾ ਹੁੰਦਾ ਹੈ। ਜਨਮ ਜੋਨ ਪੁਨ ਪੁਨ ਤਿਨ ਗਨ ਕੋ। ਉਹ ਗਨ ਉਹਨਾਂ ਸਮੂਹ ਅਗਿਆਨੀ ਲੋਕਾਂ ਨੂੰ ਮੁੜ ਮੁੜ ਕਰਕੇ ਜਨਮ ਮਿਲਦਾ ਹੈ, ਜਮ ਜਮ ਮਰੇ ਮਰੇ ਫਿਰ ਜੰਮੇ, ਇਸੇ ਚੱਕਰ ਵਿੱਚ ਰਹਿੰਦੇ ਹਨ। ਨਿਤ ਚਿਤ ਹਰਕਤ ਸੰਤ ਸੁਖੈਨਾ। ਪਰ ਜਿਹੜੇ ਸੰਤ ਲੋਕ ਨੇ ਉਹ ਹਮੇਸ਼ਾ ਹੀ ਚਿੱਤ ਵਿੱਚ ਖੁਸ਼ ਰਹਿੰਦੇ ਹਨ। ਜਮਦੂਤਨ ਤੇ ਤਿਨ ਮਨ ਭੈ ਨਾ। ਜਮਦੂਤਾਂ ਤੋਂ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ ਹੈ। ਜਿਹੜੇ ਪਰਮੇਸ਼ਵਰ ਦੇ ਸੰਤ ਨੇ, ਸੰਤ ਕੌਣ ਨੇ? ਜੋ ਨਾਮ ਸਿਮਰਨ ਕਰਦੇ ਹਨ। ਸਦ ਖੁਸ਼ੀਆਂ ਚਿਤ ਚਾਉ ਕਨੇਰਾ। ਉਹਨਾਂ ਦੇ ਮਨਾਂ ਵਿੱਚ ਸਦਾ ਹੀ ਖੁਸ਼ੀਆਂ ਤੇ ਚਿੱਤ ਵਿੱਚ ਚਾਉ ਹੀ ਹੁੰਦਾ ਹੈ ਵਾਹਿਗੁਰੂ ਦੇ ਪਿਆਰ ਦਾ। ਜਪਤ ਨਾਮ ਹਰ ਹੀ ਰਹਿ ਨੀਰਾ। ਉਹ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਦੇ ਨੇ ਤੇ ਵਾਹਿਗੁਰੂ ਨੂੰ ਸਦ ਹਜ਼ੂਰ ਹਾਜ਼ਰ ਹੈ। ਨਾਜ਼ਰ ਕਤੇ ਨੂੰ ਭਇਓ ਦੂਰ ਆਈ, ਕਹਿ ਰਵਿਦਾਸ ਹੱਥ ਪੈ ਨੇਰਾ ਸਹਿਜੇ ਹੋਏ ਸੋ ਹੋਈ। ਉਸ ਨੂੰ ਨੇੜੇ ਤੋਂ ਨੇੜੇ ਜਾਣਦੇ ਵਾਹਿਗੁਰੂ ਜੀ ਨੂੰ। ਚਿਤ ਅਚਿੰਤ ਤਨ ਤਾਜ ਜਬ ਜਾਈ। ਜਦੋਂ ਕਹਿੰਦੇ ਸਰੀਰ ਨੂੰ ਤਿਆਗ ਕਰਕੇ ਜਾਂਦੇ ਨੇ, ਉਹਨਾਂ ਨੂੰ ਚਿੱਤ ਨੂੰ ਕੋਈ ਚਿੰਤਾ ਨਹੀਂ ਹੁੰਦੀ, ਉਹ ਬੇਫਿਕਰ ਹੋ ਕੇ ਜਾਂਦੇ ਹਨ। ਆਗੇ ਮਿਲੇ ਤਿਨਹਿ ਵਡਿਆਈ। ਅੱਗੇ ਵੀ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ। ਪਰਲੋਕ ਦੇ ਵਿੱਚ ਪਹਿਰ ਸਿਰ ਪਾਓ ਸੇਵਕ ਜਨ ਮਿਲਨੇ, ਉੱਥੇ ਪਰਲੋਕ ਵਿੱਚ ਵੀ ਸਿਰੋਂ ਪਾਓ ਦੀਆਂ ਬਖਸ਼ਿਸ਼ਾਂ ਮਿਲਦੀਆਂ ਹਨ ਭਗਤੀ ਦੀਆਂ। ਜਸ ਕੇ ਨਿਕਸੇ ਮਸਤਕ ਟੀਕਾ। ਫਿਰ ਉਹਨਾਂ ਦਾ ਉੱਥੇ ਵੀ ਸਭਾ ਵਿੱਚ ਵਾਹਿਗੁਰੂ ਦੀ ਹਜ਼ੂਰੀ ਵਿੱਚ ਜਸ ਹੁੰਦਾ ਹੈ, ਉਹ ਟਿੱਕੇ ਨਿਕਲਦੇ ਹਨ। ਸੋ ਜਨ ਭਜਨ ਮਹਿ ਜਿਨ ਮਨ ਨੀਕਾ। ਸੋਹਣੇ ਸੰਤ ਭਗਤਾਂ ਲੋਕਾਂ ਨੇ ਜਿਨ੍ਹਾਂ ਨੇ ਭਜਨ ਵਿੱਚ ਮਨ ਸੁੰਦਰ ਜੋੜਿਆ ਹੈ। ਦੋਹਰਾ ਸ੍ਰੀ ਪਰਮੇਸ਼ਰ ਅਤ ਦਇਆ। ਆਈ ਵਾਹਿਗੁਰੂ ਸ਼੍ਰੋਮਣੀ ਪਰਮੇਸ਼ਰ ਬੜਾ ਦਿਆਲੂ ਹੈ। ਜਿਨ ਨਰ ਪ੍ਰਾਪਤ ਨਾਮ। ਜਿਹਨਾਂ ਨੂੰ ਮਨੁੱਖਾਂ ਨੂੰ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੈ ਗੁਰੂ ਕੋਲੋਂ। ਬਾਤੈਂ ਬਕਨੀ ਬਦਨ ਤੇ। ਜਿਹੜੇ ਹੋਰ ਲੋਕ ਐਵੇਂ ਮੂੰਹ ਤੋਂ ਗੱਲਾਂ ਕਰੀ ਜਾਂਦੇ ਹਨ, ਬਾਤ ਸਰਸ ਬਿਨ ਕਾਮ। ਉਹ ਬਿਨਾਂ ਹੀ ਕੰਮ ਤੋਂ ਵਿਅਰਥ ਹੀ ਬਾਤ ਹਵਾ ਦੀ ਨਹੀਂ ਆਈ। ਵਿਅਰਥ ਹਵਾ ਜਿਵੇਂ ਚੱਲ ਜਾਂਦੀ, ਹਵਾ ਦਾ ਬੁੱਲਾ ਲੰਘ ਜਾਂਦਾ, ਇਵੇਂ ਬਾਕੀ ਗੱਲਾਂ ਵਿਅਰਥ ਹਨ। ਚਉ ਭਈ ਸੁਣ ਸੁਣ ਸਰੋਨਨ ਬੈਨਨ ਪਾਦਾ। ਆਂਦੇ ਨੇ ਜਦੋਂ ਸਤਿਗੁਰੂ ਪਾਤਸ਼ਾਹ ਦੇ ਕੰਨਾਂ ਵਿੱਚ ਉਹ ਬਚਨ ਸੁਣੇ ਹਨ ਤਾਂ ਨਿਜ ਚਿਤ ਇਹ ਲਖ ਮੰਤਰਨ ਬਾਦਾ। ਤਾਂ ਇਸ ਨੇ ਜਾਣਿਆ ਜਿਸ ਤਰੀਕੇ ਦੇ ਨਾਲ ਗਾਰੜੂ ਮੰਤਰ ਪੜ੍ਹ ਕਰਕੇ ਸੱਪ ਨੂੰ ਕੀਲ ਲੈਂਦੇ ਨਾ, ਹੁਣ ਇਹ ਪਾਂਧੇ ਦਾ ਮਨ ਗੁਰੂ ਸਾਹਿਬ ਦੇ ਬਚਨ ਸੁਣ ਕੇ ਇਉਂ ਕੀਲਿਆ ਗਿਆ, ਭਾਵ ਇਕਾਗਰ ਹੋ ਗਿਆ। ਹੁਣ ਕੋਈ ਫੁਰਨਾ ਨਹੀਂ, ਮਨ ਦੀ ਇਕਾਗਰਤਾ ਹੈ। ਔਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਪਾਵਨ ਬਚਨਾਂ ਨੂੰ ਬੜੇ ਧਿਆਨ ਦੇ ਨਾਲ ਸੁਣ ਰਿਹਾ ਹੈ। ਤਿਉਂ ਤਿਉਂ ਨਮਰ ਹੋਏ ਬਰਬਾਨੀ। ਜਿਵੇਂ ਜਿਵੇਂ ਗੁਰੂ ਬਚਨ ਕਰਦੇ ਹਨ ਤਿਵੇਂ ਤਿਵੇਂ ਕਹਿੰਦੇ ਨੇ ਇਹ ਨਿਮਰਤਾ ਦੇ ਵਿੱਚ ਹੋਈ ਜਾਂਦਾ ਹੈ। ਭੋਜਨ ਹੇਤ ਬਧੇ ਸੁਖਦਾਨੀ। ਇਸ ਪ੍ਰਕਾਰ ਫਿਰ ਜੋ ਮਨ ਵਿੱਚ ਕੁਝ ਵਿਚਾਰ ਪੁੱਛਣ ਦੀ ਸ੍ਰੇਸ਼ਟ ਬਚਨ ਉਚਾਰ ਕੇ ਗੁਰੂ ਸਾਹਿਬ ਨੂੰ ਹੋਰ ਬਚਨ ਪੁੱਛਦਾ ਹੈ। ਪਾਤਸ਼ਾਹ ਭੂਪਤ ਇੱਕ ਕੀਤੇ। ਦੇਖੋ ਮਹਾਰਾਜ, ਇੱਕ ਮਹਾਰਾਜ ਨੇ ਪਰਮੇਸ਼ਵਰ ਨੇ ਬਾਦਸ਼ਾਹ ਬਣਾਏ ਨੇ, ਭੂਪਤ ਰਾਜੇ ਬਣਾਏ ਹੋਏ ਨੇ। ਚਿਤ ਮਹਿ ਕਬ ਭਗਵੰਤ ਨਾ ਪ੍ਰੀਤੇ। ਔਰ ਉਹਨਾਂ ਨੇ ਕਦੇ ਰੱਬ ਨਾਲ ਪ੍ਰੀਤ ਨਹੀਂ ਕੀਤੀ, ਦੁਨੀਆ ਦੇ ਐਸ਼ ਇਸ਼ਰਤ ਵਿੱਚ ਲੱਗੇ ਹੁੰਦੇ ਨੇ। ਬਿਲਸਤ ਜਗਤ ਵਿਸਾਲ ਬਿਲਾਸ ਵਿਸਾਲ ਬਿਲਾਸਾ। ਵਿਸਾਲ ਬਹੁਤ ਸਾਰੇ ਬਿਲਾਸ ਸੰਸਾਰ ਦੇ ਕੌਤਕਾਂ ਨੂੰ ਇਸ ਪ੍ਰਕਾਰ ਬਿਲਸਤ, ਸੋ ਇਸ ਪ੍ਰਕਾਰ ਮਾਣਦੇ ਹਨ ਉਹ। ਹਿਰਦੇ
ਹਿਰਦੇ ਨ ਕਦੇ ਨਾਮ ਪ੍ਰਵਾਸਾ। ਨਾ ਕਦੇ ਨਾਮ ਹਿਰਦੇ 'ਚ ਟਿਕਾਇਆ, ਨਾਮ ਤੇ ਭਰੋਸਾ ਹੀ ਧਾਰਦੇ ਕਦੇ ਉਹ, ਨਾਮ ਜਪਦੇ ਨਹੀਂ ਪਰ ਦੁਨੀਆ 'ਚ ਸੁੱਖ ਮਾਣਦੇ ਹਨ। ਨਿਸ ਬਾਸਰ ਐਸ਼ਨ ਮੈਂ ਐਸੀ। ਤੋ ਦਿਨੇ ਰਾਤ ਐਸ਼ ਪ੍ਰਸਤੀਆਂ ਵਿੱਚ ਲੱਗੇ ਰਹਿੰਦੇ ਨੇ ਰਾਜੇ ਮਹਾਰਾਜੇ ਬਣ ਕੇ। ਉਤਪਲ ਮਹਿ ਆਲ ਮਿਲਵਤ ਜੈਸੀ। ਤੇ ਇਉਂ ਜਿਸ ਪ੍ਰਕਾਰ ਭੌਰੇ ਜਿਹੜੇ ਨੇ ਕਮਲ ਦੇ ਫੁੱਲਾਂ ਤੇ ਖੇਡਦੇ ਐ, ਇਵੇਂ ਰਾਜੇ ਮਹਾਰਾਜੇ ਨੇ ਆਪਣੇ ਐਸ਼ ਰੁਤ ਸੁੱਖਾਂ ਦੇ ਵਿੱਚ ਹੀ ਲੱਗੇ ਰਹਿੰਦੇ ਹਨ ਜਿਹੜੇ। ਅੰਤ ਸਮਾਨ ਹੈ ਸਿਮਰੇ ਸੋ। ਅੰਤ ਸਮੇਂ ਤੱਕ ਵੀ ਨਾਮ ਨਹੀਂ ਜਪਦੇ ਪਰਮੇਸ਼ਵਰ ਨੂੰ। ਜਿਉ ਅਗ ਲਖਤ ਨਾ ਲੋਲਪ ਕੋ। ਜਿਵੇਂ ਜਿਵੇਂ ਲਾਲਚੀ ਬੰਦਾ ਕਿਸੇ ਗੱਲ ਵਿੱਚ ਪਾਪ ਹੀ ਨਹੀਂ ਸਮਝਦਾ, ਕਹਿੰਦਾ ਸਾਨੂੰ ਸਭ ਮਾਫ ਹੈ। ਦੋਹਰਾ ਜਿਨ ਦੀਨੋ ਤਨ ਮਨ ਧਨੰ। ਜਿਸ ਵਾਹਿਗੁਰੂ ਪਰਮੇਸ਼ਰ ਨੇ ਤਨ ਮਨ ਧਨ ਸਾਨੂੰ ਬਖਸ਼ਿਸ਼ ਕੀਤਾ ਹੈ, ਤਿਸ ਤੇ ਆਸ ਅਨਜਾਨ। ਉਸ ਤੋਂ ਇਹ ਐਸੇ ਅਣਜਾਣ ਲੋਕ ਹੁੰਦੇ ਨੇ ਰਾਜੇ ਮਹਾਰਾਜੇ। ਦਾਦਰ ਕਰਦਮ ਮਦ ਮੇਲ। ਜਿਸ ਤਰ੍ਹਾਂ ਸਰੋਵਰ ਛੱਪੜ ਹੁੰਦਾ ਹੈ, ਉਹਦੇ ਵਿੱਚ ਚਿੱਕੜ ਦੇ ਵਿੱਚ ਡੱਡੂ ਬੈਠਾ ਹੋਵੇ ਜਿਵੇਂ, ਕੀਮ ਨਾ ਕਮਲ ਪਛਾਨ। ਪਰ ਉਸੇ ਹੀ ਛੱਪੜ ਦੇ ਵਿੱਚ ਕਮਲ ਦਾ ਫੁੱਲ ਉੱਪਰ ਹੁੰਦਾ, ਉਹਦੀ ਕੀਮਤ ਨਹੀਂ ਜਾਣਦਾ, ਡੱਡੂ ਚਿੱਕੜ 'ਚ ਬੈਠਾ ਰਹਿੰਦਾ ਜਿਵੇਂ। ਭਾਵ ਪਾਂਧਾ ਜੀ ਨੇ ਇਹ ਦੋ ਸਵਾਲ ਕੀਤੇ ਨੇ ਕਿ ਮਹਾਰਾਜ ਇੱਕ ਤਾਂ ਲੋਕ ਨੇ ਜਦੋਂ ਮਰਨਾ ਸਾਰਿਆਂ ਦੇ ਸਿਰ ਤੇ ਇੱਕੋ ਜਿਹਾ, ਇੱਕ ਤਾਂ ਵਿਚਾਰੇ ਕੰਗਾਲ ਨੇ, ਮਸਾਂ ਹੀ ਕਿਤੇ ਰੋਟੀ ਕੱਪੜਾ ਪਾ ਕੇ ਵਿਚਾਰੇ ਕੰਗਾਲਾਂ ਦੀ ਜ਼ਿੰਦਗੀ ਜਿਉਂਦੇ ਨੇ। ਇੱਕ ਰਾਜੇ ਮਹਾਰਾਜੇ ਨੇ ਕਦੇ ਵੀ ਰੱਬ ਨੂੰ ਚੇਤੇ ਨਹੀਂ ਕਰਦੇ, ਉਹ ਮਹਾਰਾਜ ਸਾਰੇ ਦੁਨੀਆ ਦੇ ਸੁੱਖ ਮਾਣਦੇ ਹਨ ਜੀ। ਚਾਉ ਭਾਈ ਬਿਸਰੈ ਬੈਸ ਬਿਹਾਵੇ ਸਭ ਹੀ। ਸਾਰੀ ਉਮਰ ਰੱਬ ਨੂੰ ਭੁਲਾ ਕੇ ਗੁਜ਼ਾਰਦੇ ਨੇ ਉਹ ਲੋਕ। ਨਾਮ ਨਾ ਚਿਤ ਮਹਿ ਬਿਤਵਿਓ ਕਬ ਹੀ। ਉਹ ਕਦੇ ਵੀ ਕਹਿੰਦੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਹੀ ਨਹੀਂ ਕਰਦੇ ਹਨ। ਸੁਖਿਓ ਬਿਸਵ ਬਸਹੇ ਬਸ ਸੀਤੀ। ਉਹ ਦੇਖੋ ਸੁੱਖਾਂ ਦੇ ਨਾਲ ਸੰਸਾਰ ਦੇ ਵਿੱਚ ਉਹ ਵਾਸਾ ਕਰਦੇ ਹਨ। ਕਦ ਹਿਰਦੇ ਕਦਾਚਿਤ ਸੁਧ ਨਾ ਅਗੇਤੀ। ਕਦੇ ਵੀ ਅੱਗੇ ਦੀ ਪ੍ਰਲੋਕ ਦਾ ਕਦੇ ਨਹੀਂ ਐਵੇਂ ਦੁਨੀਆ ਨੇ ਡਰ ਬਣਾਇਆ ਹੋਇਆ, ਕਿੱਥੇ ਪ੍ਰਲੋਕ ਕੋਈ ਨਹੀਂ, ਕਹਿੰਦੇ ਆ ਜਗ ਮਿੱਠਾ ਅਗਲਾ ਕਹਿੰਦੇ ਡਿੱਠਾ, ਇਉਂ ਕਹਿੰਦੇ ਜਿਹੜੇ। ਇਹ ਸਥਾਨ ਕੈਸੇ ਸੁਖ ਪਾਵਹੀਂ। ਤੇ ਮਹਾਰਾਜ ਉਹ ਲੋਕ ਰੱਬ ਨੂੰ ਕਦੇ ਯਾਦ ਨਹੀਂ ਕਰਦੇ, ਇੱਥੇ ਸੁੱਖ ਕਿੱਦਾਂ ਪਾਉਂਦੇ ਨੇ ਉਹ। ਭਈ ਇੱਕ ਜਿਹੜੇ ਨੇ ਉਹ ਇਸ ਪ੍ਰਕਾਰ ਸੁੱਖ ਮਾਣਦੇ ਨੇ, ਇੱਕ ਵਿਚਾਰੇ ਰੋਟੀ ਤੋਂ ਤਰਲੇ ਮਾਰਦੇ ਰਹਿੰਦੇ ਨੇ। ਮਹਾਰਾਜ ਇਹ ਕੀ ਖੇਲ ਹੈ ਜੀ, ਸਮਝ ਨਹੀਂ ਆਉਂਦੀ। ਉਹ ਵਿਦ ਹੋਤ ਗਾਰੀ ਜਾਵਹੀਂ। ਤੇ ਦੱਸੋ ਫਿਰ ਉਹਨਾਂ ਦਾ ਅੱਗੇ ਜਾ ਕੇ ਕੀ ਹਾਲ ਹੋਵੇਗਾ। ਹਿਰਦੈ ਸੰਦੇਹ ਭਏ ਮੁਝ ਦੋ। ਇਹ ਦੋਨੋਂ ਹੀ ਸ਼ੰਕੇ ਮੇਰੇ ਮਨ ਵਿੱਚ ਪੈਂਦੇ ਨੇ। ਇਸ ਪ੍ਰਕਾਰ ਇੱਕ ਗਰੀਬ ਲੋਕ ਨੇ, ਇੱਕ ਰਾਜੇ ਮਹਾਰਾਜੇ ਨੇ। ਗਰੀਬ ਲੋਕ ਗਰੀਬੀ ਵਿੱਚ ਕਦੇ ਵੀ ਰੱਬ ਦਾ ਨਾਂ ਤੇ ਲਊਗਾ ਹੀ, ਰਾਜੇ ਮਹਾਰਾਜੇ ਕਦੇ ਨਾਮ ਲੈਂਦੇ ਨਹੀਂ, ਉਹ ਸੁਖੀ ਨੇ, ਗਰੀਬ ਦੁਖੀ ਨੇ। ਮਹਾਰਾਜ ਫਿਰ ਇਹ ਦੱਸੋ ਵੀ ਕੀ ਕਾਰਨ ਹੈ। ਕਰ ਦੇਹੋ ਦਇਆ ਨਿਧ ਸੋ। ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਸੋ ਇਸ ਦਾ ਮੈਨੂੰ ਜਵਾਬ ਦਿਓ, ਉੱਤਰ ਦਿਓ ਜੀ। ਆਸ ਸੁਣ ਕਰ ਉਤਪਲ ਦਲ ਲੋਚਨ। ਐਸੇ ਬਚਨ ਪਾਂਧਾ ਜੀ ਦੇ ਸੁਣੇ ਨੇ ਦੋ ਸਵਾਲ। ਸੋ ਕਮਲ ਸਰੀਖੇ ਮੇਰੇ ਸਤਿਗੁਰੂ ਨੇਤਰਾਂ ਵਾਲਿਆਂ ਨੇ। ਉਚਰੇ ਬਚਨ ਰੁਚਰ ਦੁਖ ਮੋਚਨ। ਤੇ ਦੁੱਖਾਂ ਨੂੰ ਮੋਚਨ ਕੱਟਣ ਵਾਲੇ ਸਤਿਗੁਰੂ ਨੇ ਬਚਨ ਉਚਾਰਨ ਕੀਤੇ ਹਨ ਜੀ। ਜਗਤ ਪਦਾਰਥ ਹਿਤ ਬੈਰਾਗਾ। ਕਹਿੰਦੇ ਦੇਖੋ ਜਗਤ ਦੇ ਪਦਾਰਥਾਂ ਤੋਂ ਬੈਰਾਗ ਪੈਦਾ ਕਰਨ ਵਾਸਤੇ ਤ੍ਰਿਤੀਆ ਸ਼ਬਦ ਪਦ ਲਖਤ ਸੁਭਾਗਾ। ਤੇ ਮੇਰੇ ਸਤਿਗੁਰੂ ਜੀ ਨੇ ਇਉਂ ਕਿਰਪਾ ਕਰਕੇ ਤੀਜਾ ਜਿਹੜਾ ਪਦ ਹੈ ਸ਼ਬਦ ਦਾ ਇਸ ਪ੍ਰਕਾਰ ਉਚਾਰਨ ਕੀਤਾ ਹੈ। ਮੇਰੇ ਸ਼ਹਿਨशाह ਪਿਤਾ ਹਜੂਰ ਦੁਨੀਆ ਤੋਂ ਮਨ 'ਚ ਬੈਰਾਗ ਆ ਜਾਏ, ਇਸ ਵਾਸਤੇ ਗਰੀਬ ਨਵਾਜ ਪਾਤਸ਼ਾਹ ਜੀ ਇਹ ਸ਼ਬਦ ਦਾ ਤੀਸਰਾ ਪਦ ਜਿਹੜਾ ਉਚਾਰਨ ਕਰ ਰਹੇ ਨੇ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅੱਗੇ ਜ਼ਿਆਦਾ ਵਧੀਏ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਅੱਜ ਆਗਿਆ ਹੋਈ ਸੀ ਕਿ ਕੀਰਤਨ ਕੁਝ ਸਮਾਂ ਵੱਧ ਹੋਏਗਾ ਤੇ ਕਥਾ ਵੀ ਉਸੇ ਤਰੀਕੇ ਨਾਲ ਆਪਾਂ ਸੋ ਕਰਨਾ ਹੀ। ਤਾਂ ਗੁਰੂ ਦੀ ਕਿਰਪਾ ਦੇ ਨਾਲ 1 ਘੰਟਾ ਆਪਾਂ ਸੋ ਕਥਾ ਵਿਚਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਧੁਰ ਕੀ ਬਾਣੀ ਦੇ ਉਪਦੇਸ਼ ਅੱਜ ਸ਼ਬਦ ਆਇਆ ਹੈ, ਉਹਦੀ ਵਿਚਾਰ ਆਪਾਂ ਵਿਚਾਰ ਰਹੇ ਹਾਂ। ਧੰਨ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਰਹਿਮਤ ਕਰਨ। ਐਸਾ ਮੇਰੇ ਸ਼ਹਿਨशाह ਪਿਤਾ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸਣੀਆਂ, ਜੋ ਵੈਸਾ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਆਸ ਸੁਨ ਕਰ ਉਤਪਲ ਦਲ ਲੋਚਨ। ਉਚਰੇ ਬਚਨ ਰੁਚਰ ਦੁਖ ਮੋਚਨ। ਜਗਤ ਪਦਾਰਥ ਹਿਤ ਬੈਰਾਗਾ। ਤ੍ਰਿਤੀਆ ਸ਼ਬਦ ਪਦ ਲਖਤ ਸੁਭਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।